ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਅੱਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਪਾਤਸ਼ਾਹ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। 12 ਮਾਹਾ ਮਾਝ ਮਹੱਲਾ ਪੰਜਵਾਂ ਘਰ ਚੌਥਾ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹ ਦਿਸ ਪ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਅੱਜ ਜਿਸ ਨੂੰ ਅਸੀਂ ਸੰਗਰਾਂਦ ਦਾ ਦਿਨ ਆਖਦੇ ਹਾਂ, ਮਹੀਨੇ ਦੀ ਸ਼ੁਰੂਆਤ ਔਰ ਉਹਦੇ ਨਾਲ ਨਾਲ ਜੋ ਸੰਮਤ ਦੇ ਮੁਤਾਬਕ ਨਾਨਕਸ਼ਾਹੀ ਸੰਮਤ 554ਵਾਂ ਇਹ ਸੰਮਤ ਜੋ ਹੈ, ਜਿਹਦੀ ਅੱਜ ਆਰੰਭਤਾ ਹੈ, ਦੇਸੀ ਮਹੀਨਿਆਂ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ 12 ਮਾਹਾਂ ਦੇ ਮੁਤਾਬਕ ਅੱਜ ਜੋ ਇਸ ਦਿਨ ਦੀ ਆਰੰਭਤਾ ਹੈ, ਜਿਸ ਤਰ੍ਹਾਂ ਅਸੀਂ ਜਿਸ ਸਮਾਜ ਦੇ ਵਿੱਚ ਰਹਿ ਰਹੇ ਹਾਂ, ਜਨਵਰੀ ਤੋਂ ਲੈ ਕੇ ਦਸੰਬਰ ਤੱਕ, ਜਿਨ੍ਹਾਂ ਨੂੰ ਅੰਗਰੇਜ਼ੀ ਮਹੀਨੇ ਆਖਿਆ ਜਾਂਦਾ ਹੈ, ਔਰ ਤਕਰੀਬਨ ਅੱਜ ਦੇ ਸਮੇਂ ਵਿੱਚ ਅਸੀਂ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਦੇ ਮਹੀਨੇ ਹੀ ਚੇਤੇ ਰੱਖੇ ਨੇ। ਜੋ ਜਿਸ ਤਰ੍ਹਾਂ 2022 ਇਹ ਸੰਨ ਚੱਲ ਰਿਹਾ ਹੈ, ਇਹ ਈਸਵੀ ਇਹ ਸੰਨ ਜੋ ਈਸਾ ਜੀ ਤੋਂ ਸ਼ੁਰੂ ਹੁੰਦਾ ਹੈ, ਕਿਉਂਕਿ ਵੱਖ-ਵੱਖ ਕੈਲੰਡਰ ਨੇ। ਇੱਕ ਨੂੰ ਅਸੀਂ ਈਸਵੀ ਕਹਿੰਦੇ ਹਾਂ, ਇੱਕ ਨੂੰ ਸੰਮਤ ਕਹਿੰਦੇ ਹਾਂ। ਬਿਕਰਮੀ ਸੰਮਤ ਜੋ ਰਾਜਾ ਬਿਕਰਮ ਤੋਂ ਸ਼ੁਰੂ ਹੁੰਦਾ ਹੈ, ਔਰ ਨਾਨਕਸ਼ਾਹੀ ਕੈਲੰਡਰ ਜੋ ਗੁਰੂ ਨਾਨਕ ਸਾਹਿਬ ਜੀ ਤੋਂ ਆਰੰਭ ਹੁੰਦਾ ਹੈ। ਔਰ ਇਸਲਾਮੀ ਧਰਮ ਦੇ ਵਿੱਚ ਹਿਜਰੀ ਨਾਮ ਦਾ ਕੈਲੰਡਰ ਜੋ ਮੁਹੰਮਦ ਸਾਹਿਬ ਤੋਂ ਆਰੰਭ ਹੁੰਦਾ ਹੈ। ਇਸੇ ਤਰ੍ਹਾਂ ਜਿਹੜਾ ਅਸੀਂ 2022 ਦੇ ਨਾਲ ਜੁੜੇ ਹਾਂ, ਇਹ ਈਸਾ ਜੀ ਤੋਂ ਸ਼ੁਰੂ ਹੁੰਦਾ ਹੈ। ਵੱਖਰੇ ਵੱਖਰੇ ਤਰੀਕਾਂ ਦੇ ਕੈਲੰਡਰ ਜਿਹੜੇ ਨੇ ਉਹ ਬਣਾਏ ਗਏ ਨੇ, ਪਰ ਜੇ ਅਸੀਂ ਮੂਲ ਵਿਚਾਰ ਦੇ ਨਾਲ ਜੁੜਾਂਗੇ ਤੇ ਸਾਨੂੰ ਅੱਜ ਵੀ ਇਹ ਨਹੀਂ ਪਤਾ ਕਿ ਦਿਨ ਕਦੋਂ ਇਸ ਸੰਸਾਰ ਦੀ ਸ਼ੁਰੂਆਤ ਜਿਹੜੀ ਸੀ ਉਸ ਮਾਲਕ ਨੇ ਕਦੋਂ ਕੀਤੀ ਹੈ। ਅੱਜ ਵੀ ਅਸੀਂ ਉੱਥੇ ਹੀ ਖਲੋਤੇ ਹਾਂ ਕਿ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾ ਨਾ ਕੋਈ। ਜਾ ਕਰਤਾ ਸ੍ਰਿਸ਼ਟੀ ਕੋ ਸਾਜੈ ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਨੀ
ਕਿਮ ਜਾਣਾ ਕਿ ਜਦੋਂ ਕਰਤੇ ਨੇ ਸ੍ਰਿਸ਼ਟੀ ਨੂੰ ਰਚਿਆ, ਉਸ ਵੇਲੇ ਪਹਿਲੀ ਰੁੱਤ ਕਿਹੜੀ ਹੈ, ਪਹਿਲਾ ਸਮਾਂ ਕਿਹੜਾ ਹੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਸਮੇਂ-ਸਮੇਂ ਦੇ ਨਾਲ ਕੈਲੰਡਰ ਬਣ ਗਏ, ਕਿਉਂਕਿ ਅੱਜ ਅਸੀਂ ਤਰੀਕਾਂ ਦੇ ਹਿਸਾਬ ਨਾਲ ਜੋ ਇਹ ਸਮਾਂ ਦਿਖਾਉਣ ਵਾਲੀਆਂ ਘੜੀਆਂ ਨੇ, ਇਸ ਮੁਤਾਬਕ ਅਸੀਂ ਚੱਲਦੇ ਹਾਂ। ਸਾਡਾ ਅੱਜ ਦਾ ਜਿਹੜਾ ਜੀਵਨ ਹੈ ਉਹ ਮਹੀਨਿਆਂ ਦੇ ਹਿਸਾਬ ਨਾਲ, ਹਿਸਾਬ ਕਿਤਾਬ, ਕੰਮ ਕਾਜ, ਇਹ ਸਾਰਾ ਕੁਝ ਅਸੀਂ ਮਹੀਨੇ ਤਰੀਕਾਂ ਦੇ ਹਿਸਾਬ ਦੇ ਨਾਲ ਚੱਲਦੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਜੋ ਕੈਲੰਡਰ ਆਰੰਭ ਹੁੰਦਾ ਹੈ ਉਹਨੂੰ ਨਾਨਕ ਸ਼ਾਹੀ ਕੈਲੰਡਰ ਕਹਿੰਦੇ ਆ। ਉਸ ਮੁਤਾਬਕ ਵੀ ਅੱਜ ਇੱਕ ਜਿਹੜੀ ਦਿਨ ਦੀ ਸ਼ੁਰੂਆਤ ਹੋਈ ਹੈ ਉਹ ਇੱਕ ਸਾਡੇ ਵਾਸਤੇ ਨਵੇਂ ਸਾਲ ਦੇ ਰੂਪ ਵਿੱਚ 12 ਮਾਹਾਂ ਦਾ ਪਾਠ, ਹਰ ਮਹੀਨੇ ਅਸੀਂ ਇੱਕ ਇੱਕ ਸ਼ਬਦ ਸੁਣਿਆ, ਤੇ ਜਿਨ੍ਹਾਂ ਨੇ ਕਮਾਇਆ ਉਹਨਾਂ ਨੇ ਫਿਰ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ, ਉਹਨਾਂ ਨੇ ਆਪਣਾ ਜੀਵਨ ਬਣਾ ਲਿਆ। ਪਰ ਜਿਹੜੇ ਹਜੇ ਵੀ ਅਧੂਰੇ ਆ, ਉਹ ਫਿਰ ਅੱਜ ਤੋਂ ਸ਼ੁਰੂਆਤ ਹੋਣੀ ਹੈ ਅਰਦਾਸ ਦੀ। ਅੱਜ ਫਿਰ ਆਰੰਭਤਾ ਹੋਣੀ ਹੈ ਸਾਡੀ ਉਹ ਬੇਨਤੀ ਜੋ ਅਸੀਂ ਅਰਦਾਸ ਪਿਛਲੇ ਸਮੇਂ ਦੇ ਵਿੱਚ ਕੀਤੀ ਸੀ ਜਦੋਂ 12 ਮਾਹਾਂ ਦੀ ਆਰੰਭਤਾ ਹੋਈ। ਪਰ ਜੇ ਸਾਡੇ ਕਿਸੇ ਕਰਮ ਕਰਕੇ ਸਾਨੂੰ ਉਹ ਫਲ ਨਹੀਂ ਮਿਲਿਆ ਤਾਂ ਅਸੀਂ ਆਪਣੇ ਆਪ ਨੂੰ ਹੀ ਦੋਸ਼ ਦਿੰਦਿਆਂ ਅਰਦਾਸ ਫਿਰ ਕਰਨੀ ਹੈ ਕਿ ਮਾਲਕ ਜੀ, ਇਸ ਵਾਰ ਜੋ ਅੱਗੇ ਸਮਾਂ ਮਿਲਣਾ ਹੈ, ਕਿੰਨਾ ਮਿਲਣਾ ਹੈ ਇਹ ਨਹੀਂ ਪਤਾ, ਪਰ ਜਿੰਨਾ ਵੀ ਸਮਾਂ ਮਿਲਣਾ ਹੈ ਸਾਡੇ ਤੇ ਇਸ ਵਾਰ ਕਿਰਪਾ ਜ਼ਰੂਰ ਕਰ ਦਿਓ। ਸਤਿਗੁਰੂ ਮਹਾਰਾਜ ਨੇ ਆਖਿਆ, ਇਹ ਤੂੰ ਅਰਦਾਸ ਤਾਂ ਹੀ ਕਰ ਸਕੇਗਾ ਜੇ ਤੈਨੂੰ ਇਹ ਸਮਝ ਆ ਜਾਏਗੀ ਕਿ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਦੋਸ਼ ਕਿਸੇ ਨੂੰ ਨਹੀਂ, ਜੋ ਕਰਮ ਕਮਾਇਆ ਸੀ ਬਸ ਉਹੀ ਫਲ ਝੋਲੀ ਵਿੱਚ ਪਿਆ। ਤੇ ਜੇ ਹਜੇ ਪਰਮੇਸ਼ਵਰ ਦੇ ਮਿਲਾਪ ਦਾ ਫਲ ਝੋਲੀ ਵਿੱਚ ਨਹੀਂ ਪਿਆ, ਜੇ ਹਜੇ ਸਾਡੇ ਜੀਵਨ ਦੀ ਯਾਤਰਾ ਅਧਿਆਤਮਕ ਤਲ ਤੇ ਸਫਲ ਨਹੀਂ ਹੋਈ, ਤਾਂ ਅੱਜ ਫਿਰ ਇਹ ਸ਼ੁਰੂਆਤ ਸਾਡੀ ਅਰਦਾਸ ਦੀ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਹਰ ਪ੍ਰਾਣੀ ਚਾਹੁੰਦਾ ਹੈ ਕਿ ਸਾਡਾ ਆਉਣ ਵਾਲਾ ਸਮਾਂ ਖੁਸ਼ਹਾਲ ਹੋਵੇ। ਹਰ ਪ੍ਰਾਣੀ ਚਾਹੁੰਦਾ ਹੈ, ਭਾਵੇਂ ਉਹ ਕਿਸੇ ਵੀ ਮੁਲਕ ਦਾ ਰਹਿਣ ਵਾਲਾ ਹੈ। ਹਰ ਕੋਈ ਚਾਹੁੰਦਾ ਹੈ ਕਿ ਮੇਰੇ ਜੀਵਨ ਦੇ ਅੰਦਰ ਖੁਸ਼ੀਆਂ ਹੋਣ, ਮੇਰੇ ਜੀਵਨ ਦੇ ਅੰਦਰ ਹਰਿਆਵਲੀ ਹੋਵੇ, ਮੇਰੇ ਜੀਵਨ ਦੇ ਅੰਦਰ ਸੁੱਖ ਹੋਵੇ। ਤੇ ਮਹਾਰਾਜ ਜੀ ਕਹਿੰਦੇ ਆ ਵੀ ਜੇ ਤੂੰ ਆਉਣ ਵਾਲੇ ਸਮੇਂ ਵਿੱਚ ਸੁੱਖ, ਖੁਸ਼ੀਆਂ, ਆਨੰਦ ਚਾਹੁੰਦਾ ਹੈ ਤੇ ਫਿਰ ਅੱਜ ਤੈਨੂੰ ਕਰਮ ਕਰਨਾ ਪਏਗਾ। ਅੱਜ ਬੀਜ ਬੀਜਾਂਗੇ ਤਾਂ ਹੀ ਕੱਲ ਨੂੰ ਫਲ ਮਿਲੇਗਾ। ਜੇ ਅੱਜ ਬੀਜ ਹੀ ਨਾ ਬੀਜਿਆ ਤੇ ਫਲ ਕਿੱਥੋਂ ਮਿਲਣਾ ਹੈ? ਪਰ ਇਹ ਉਹ ਅਸਥਾਨ ਹੈ ਜਿੱਥੇ ਬੀਜ ਜਦੋਂ ਬੀਜਣਾ ਉਦੋਂ ਹੀ ਆਨੰਦ ਦੀ ਅਵਸਥਾ ਬਣਨੀ ਹੈ। ਫਿਰ ਇਹ ਆਨੰਦ ਹੀ ਆਉਣ ਵਾਲੇ ਸਮੇਂ ਵਿੱਚ ਸੁੱਖ ਬਣ ਜਾਏਗਾ। ਇਸੇ ਲਈ ਜਦੋਂ ਅਸੀਂ ਹੁਣ ਸਾਨੂੰ ਦੇਸੀ ਮਹੀਨੇ ਜਿਹੜੇ ਆ ਉਹ ਬਜ਼ੁਰਗਾਂ ਨੂੰ ਪਤਾ ਹੈ, ਜਾਂ ਜਿਹੜੇ 12 ਮਾਹਾਂ ਦਾ ਪਾਠ ਕਰਦੇ ਆ ਉਹਨਾਂ ਨੂੰ ਪਤਾ ਹੈ, ਨਹੀਂ ਤੇ ਲਗਭਗ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਬੱਚੇ ਨੇ, ਨੌਜਵਾਨ ਨੇ, ਇਹਨਾਂ ਨੂੰ ਸਿਰਫ ਜਨਵਰੀ ਤੇ ਦਸੰਬਰ ਦਾ ਪਤਾ ਹੈ ਕਿ ਜਨਵਰੀ ਦੀ ਸ਼ੁਰੂਆਤ ਹੈ, ਦਸੰਬਰ ਦਾ ਅਖੀਰ ਹੈ। ਤੇ ਜਦੋਂ ਉਹਨਾਂ ਨੂੰ ਆਪਾਂ ਚੇਤ, ਵਿਸਾਖ, ਜੇਠ, ਹਾੜ ਦੀ ਗੱਲ ਕਰੀਏ ਤੇ ਉਹ ਅੱਗੋਂ ਪੁੱਛਦੇ ਆ ਵੀ ਇਹ ਕਿਹੜੇ ਮਹੀਨੇ ਹੁੰਦੇ ਆ, ਪਰ ਉਹਨਾਂ ਨੂੰ ਇਹ ਗੱਲ ਨਹੀਂ ਪਤਾ। ਜਾਂ ਜਿਹੜੇ ਬਾਣੀ ਪੜ੍ਹਦੇ ਆ ਸਾਡੇ ਬੱਚੇ, ਉਹਨਾਂ ਨੂੰ ਪਤਾ ਹੈ ਕਿ ਦੇਸੀ ਮਹੀਨੇ ਕਿਹੜੇ ਹੁੰਦੇ ਨੇ।
ਪਰ ਜਦੋਂ 31 ਦਸੰਬਰ ਦੀ ਰਾਤ ਆਉਂਦੀ ਹੈ, ਸਾਡਾ ਕਿੰਨਾ ਚਾਉ ਚੜ੍ਹਿਆ ਹੁੰਦਾ ਹੈ, ਕਿੰਨੀ ਖੁਸ਼ੀ ਹੁੰਦੀ ਹੈ ਵੀ 1 ਜਨਵਰੀ ਜਿਹੜੀ ਆ ਉਹ ਆ ਰਹੀ ਹੈ। ਪਰ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਅੱਜ ਤੇਰੇ ਅੰਦਰ ਇਹ ਚਾਉ ਦੁਬਾਰਾ ਚੜ੍ਹ ਜਾਏ। ਜਿਹੜੀ ਤੂੰ ਬੇਨਤੀ ਕਰਨੀ ਹੈ ਨਾ, ਇਹ ਤੇਰੇ ਅੰਦਰ ਚਾਉ ਦੁਬਾਰਾ ਜਿਹੜਾ ਉਹ ਪੈਦਾ ਹੋਵੇ ਕਿ ਮਾਲਕ ਜੀ ਮੇਰੇ ਆਉਣ ਵਾਲੇ ਸਮੇਂ ਅੰਦਰ ਤੁਸੀਂ ਸੁੱਖ ਵਰਤਾਉਣਾ, ਪਰ ਤਾਂ ਹੀ ਵਰਤੇਗਾ ਜੇ ਅੱਜ ਅਸੀਂ ਕਰਮ ਕਰਾਂਗੇ। ਭਾਵ ਆਗੈ ਸੁਖ ਮੇਰੇ ਮੀਤਾ, ਆਗਿਆ ਦਾ ਮਤਲਬ ਅੱਗੇ ਆਉਣ ਵਾਲਾ ਸਮਾਂ, ਪਾਛੇ ਆਨੰਦ ਪ੍ਰਭ ਕੀਤਾ, ਪਾਛੇ ਦਾ ਅਰਥ ਹੈ ਪਿਛਲਾ ਸਮਾਂ, ਪਿਛਲਾ ਸਮੇਂ ਦਾ ਮਤਲਬ ਅੱਜ ਬੇਨਤੀ ਕਰਾਂਗੇ ਤੇ ਕੱਲ ਆਉਣ ਵਾਲੇ ਸਮੇਂ 'ਚ ਸੁੱਖ ਮਿਲਣਾ ਹੈ। ਤੇ ਜਿਹੜਾ ਅੱਜ ਸਮਾਂ ਅਸੀਂ ਸੰਗਤ ਵਿੱਚ ਜੁੜ ਕੇ, ਬਾਣੀ ਨਾਲ ਜੁੜ ਕੇ, ਅਰਦਾਸ ਨਾਲ ਜੁੜ ਕੇ ਜਿਹੜਾ ਸਮਾਂ ਅਸੀਂ ਬਤੀਤ ਕਰਨਾ ਹੈ, ਇਹ ਸਾਡੇ ਲਈ ਆਨੰਦਮਈ ਬਣ ਜਾਣਾ ਹੈ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ। ਫਿਰ ਉਸ ਮਾਲਕ ਨੇ ਬਣਤ ਐਸੀ ਬਣਾ ਦਿੱਤੀ, ਫਿਰ ਡੋਲਤ ਕਤਹੂ ਨਹੀਂ, ਤੂੰ ਕਦੇ ਵੀ ਫਿਰ ਡੋਲੇਗਾ ਨਹੀਂ, ਕਦੇ ਵੀ ਡੱਗ ਮਗਾਵੇਂਗਾ ਨਹੀਂ, ਤੇਰੇ ਲਈ ਦੁੱਖ ਸੁੱਖ ਇੱਕ ਸਮ ਬਰਾਬਰ ਹੋ ਜਾਏਗਾ। ਪਰ ਕਰਨਾ ਕੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਸੁੱਖ ਲੈਣ ਲਈ ਆ ਪਿਛਲਾ ਜਿਹੜਾ ਹੁਣ ਸਮਾਂ ਹੈ, ਇਹ ਥੋੜ੍ਹੀ ਦੇਰ ਬਾਅਦ ਸਮਾਂ ਪਿਛਲਾ ਬਣ ਜਾਣਾ ਹੈ। ਤੇ ਜਿਹਨੇ ਸੰਗਤ ਕੀਤੀ ਹੈ, ਜਿਹਨੇ ਅੰਮ੍ਰਿਤ ਵੇਲੇ ਨਿਤਨੇਮ ਨਾਲ ਜੁੜਨਾ ਕੀਤਾ, ਉਹਦੇ ਲਈ ਤੇ ਉਹ ਸਮਾਂ ਆਨੰਦਮਈ ਹੈ। ਜਿਹੜੇ ਸਤਿਗੁਰੂ ਦੀ ਹਜ਼ੂਰੀ ਵਿੱਚ, ਸੰਗਤ ਵਿੱਚ ਜੁੜੇ ਆ, ਇਹ ਸਮਾਂ ਆਨੰਦਮਈ ਹੈ ਸਾਡੇ ਵਾਸਤੇ। ਥੋੜ੍ਹੇ ਸਮੇਂ ਬਾਅਦ ਇਹ ਸਮਾਂ ਪਿਛਲਾ ਹੋ ਜਾਏਗਾ। ਤੇ ਜਦੋਂ ਇਹ ਸਮਾਂ ਪਿਛਲਾ ਹੋ ਗਿਆ, ਜਿਹੜੇ ਸਮੇਂ 'ਚ ਆਪਾਂ ਬੈਠ ਕੇ ਪਰਮੇਸ਼ਵਰ ਨੂੰ ਚੇਤੇ ਕਰ ਰਹੇ ਹਾਂ, ਜੀਵਨ ਦੀ ਜਾਂਚ ਸਿੱਖ ਰਹੇ ਹਾਂ, ਆਉਣ ਵਾਲਾ ਸਮਾਂ ਸਾਡੇ ਲਈ ਸੁਖਮਈ ਆਪੇ ਹੀ ਬਣ ਜਾਏਗਾ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ। ਅੱਜ ਜਦੋਂ 12 ਮਾਹਾਂ ਦੀ ਸ਼ੁਰੂਆਤ ਹੋਈ ਤੇ ਲਗਭਗ ਹਰ ਸੰਗਰਾਂਦ ਦੇ ਦਿਨ ਤੇ ਇਹ ਜ਼ਰੂਰ ਸਾਂਝ ਪਾਈ ਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ 2 12 ਮਾਹਾਂ ਦੇ ਪਾਠ ਨੇ। ਇੱਕ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਿਆ, ਔਰ ਇੱਕ ਅੱਜ ਜਿਹੜਾ ਤੁਸੀਂ ਸਰਵਣ ਕੀਤਾ ਹੈ ਮਾਝ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਰ ਸਤਿਗੁਰੂ ਜੀ ਵੱਲੋਂ ਉਚਾਰਿਆ ਹੋਇਆ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 133 ਦੇ ਉੱਪਰ ਸਭਾਏਮਾਨ ਹੈ। ਇਹ 12 ਮਾਹਾਂ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਨੇ ਅੰਮ੍ਰਿਤਸਰ ਸਿਫਤੀ ਦੇ ਘਰ, ਜਿੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਹੈ, ਇੱਥੇ ਸਤਿਗੁਰੂ ਮਹਾਰਾਜ ਜੀ ਨੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੇ ਆਖਿਆ ਕਿ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ 12 ਮਾਹ, ਉਹਨੂੰ ਸਾਡੇ ਜਿਹੜਾ ਉਹ ਸਮਝਣਾ ਸਾਡੇ ਵਾਸਤੇ ਥੋੜ੍ਹਾ ਕਠਿਨ ਹੈ। ਤੇ ਕੋਈ ਐਸੀ ਸਰਲ ਬਾਣੀ ਦੀ ਰਚਨਾ ਕਰੋ ਜਿਹਦੇ ਨਾਲ ਸਾਨੂੰ ਉਹ ਬਾਣੀ ਪੜ੍ਹਨੀ ਵੀ ਸੌਖੀ ਹੋ ਜਾਏ ਤੇ ਸਮਝਣੀ ਵੀ ਸੌਖੀ ਹੋ ਜਾਏ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਦੁਨੀਆ ਵਿੱਚ 12 ਮਹੀਨਿਆਂ ਨੂੰ ਲੈ ਕੇ ਬੜੇ ਕਰਮ ਕਾਂਡ ਹੋ ਰਹੇ ਨੇ। 12 ਮਹੀਨਿਆਂ ਨੂੰ ਲੈ ਕੇ ਬੜੇ ਵਹਿਮ ਤੇ ਭਰਮ ਜਿਹੜੇ ਨੇ ਪੈਦਾ ਕੀਤੇ ਜਾ ਰਹੇ ਨੇ, ਤੇ ਲੋਕ ਕਿਤੇ ਗੁੰਮਰਾਹ ਨਾ ਹੋ ਜਾਣ, ਇਹ ਵਹਿਮ ਔਰ ਭਰਮ ਦੇ ਸ਼ਿਕਾਰ ਨਾ ਹੋ ਜਾਣ। ਇਸ ਲਈ ਸਾਨੂੰ ਐਸੀ ਬਾਣੀ ਦਿਓ ਜੋ ਹਰ ਇੱਕ ਦੀ ਪਕੜ ਵਿੱਚ ਆ ਜਾਏ, ਹਰ ਇੱਕ ਦੀ ਸਮਝ ਵਿੱਚ ਆ ਜਾਏ। ਇਹ ਫਿਰ ਮਹਾਰਾਜ ਨੇ ਉੱਥੇ ਬਾਣੀ ਦਾ ਉਚਾਰਨ ਕੀਤਾ, ਕਿਉਂਕਿ ਉਹ ਮਾਝੇ ਦਾ ਇਲਾਕਾ ਹੈ। ਇਸੇ ਵਾਸਤੇ ਮਹਾਰਾਜ ਨੇ ਰਾਗ ਵੀ ਇਹਦੇ ਵਿੱਚ ਮਾਝ ਰਾਗ ਵਰਤਿਆ ਹੈ। ਇਹ ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਇਸ 12 ਮਾਹਾਂ ਦੇ ਪਾਠ ਦੀ ਆਰੰਭਤਾ ਵਿੱਚ ਜੋ ਸਾਨੂੰ ਅਰਦਾਸ ਕਰਨ ਦਾ ਇੱਕ ਤਰੀਕਾ ਦੱਸਿਆ ਕਿ ਜੇ ਹਜੇ ਸਫਲ ਨਹੀਂ ਹੋਏ, ਅਸਫਲ ਰਹਿ ਗਏ, ਕਿਉਂਕਿ ਸਫਲ ਤੇ ਸੀ ਨਾ, ਜਿਨ ਜਿਨ ਨਾਮ ਧਿਆਇਆ ਤਿਨ ਕੇ
ਕਾਜ ਸਰੇ ਪਰ ਅਸੀਂ ਅਸਫਲ ਰਹਿ ਗਏ। ਮਹਾਰਾਜ ਕਹਿੰਦੇ ਫਿਰ ਅਰਦਾਸ ਜਿਹੜੀ ਆ ਉਹ ਤੂੰ ਕਰ। ਤੇ ਸ਼ੁਰੂਆਤ ਹੈ 12 ਮਹਾਂ ਮਾਂਝ ਮਹੱਲਾ 5ਵਾਂ ਘਰ ਚੌਥਾ, ਚੌਥੇ ਘਰ ਵਿੱਚ ਉਚਾਰਨ। 12 ਮਹਾਂ ਦਾ ਮੂਲ ਮਕਸਦ ਇੱਕ ਓਅੰਕਾਰ। 12 ਮਹਾਂ ਦੇ ਪਾਠ ਦਾ ਮਕਸਦ ਹੈ ਇੱਕ ਓਅੰਕਾਰ ਨੂੰ ਮਿਲਣਾ। ਇੱਕ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ। ਤੇ ਇਹ ਕਿਸ ਤਰ੍ਹਾਂ ਹੋਵੇਗੀ? ਜਦੋਂ ਤੁਸੀਂ ਸੱਚਾ ਗਿਆਨ ਸੱਚੇ ਗੁਰੂ ਦੇ ਰਾਹੀਂ ਪ੍ਰਾਪਤ ਕਰੋਗੇ। ਉਹ ਜੁਗਤੀ ਤੁਹਾਨੂੰ ਜਦੋਂ ਗੁਰੂ ਦੇ ਰਾਹੀਂ ਮਿਲੇਗੀ, ਤਰੀਕਾ ਗੁਰੂ ਦੇ ਰਾਹੀਂ ਸਮਝ ਆਏਗਾ, ਫਿਰ ਸਾਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੈ, ਜਿਹਦੇ ਤੋਂ ਅਸੀਂ ਜਿੰਦ ਕਰਕੇ ਵਿਛੜੇ ਹਾਂ, ਸਰੀਰ ਕਰਕੇ ਨਹੀਂ। ਜੀਵ ਆਤਮਾ ਕਰਕੇ ਅਸੀਂ ਪਰਮੇਸ਼ਵਰ ਤੋਂ ਵਿਛੜੇ ਹਾਂ, ਔਰ ਕਦੋਂ ਦੇ ਵਿਛੜੇ ਹਾਂ ਇਹਦਾ ਕਿਸੇ ਨੂੰ ਵੀ ਨਹੀਂ ਪਤਾ। ਬਸ ਅੰਦਾਜ਼ਨ ਇਹ ਹੈ ਕਿ ਬਹੁਤ ਜਨਮ ਵਿਛੜੇ ਥੇ ਮਾਧੋ। ਬਹੁਤ ਬਹੁਤ ਦੀ ਗਿਣਤੀ ਕੀ ਕਰਾਂਗੇ, ਕਿਸੇ ਗਿਣਤੀ 'ਚ ਨਹੀਂ ਆਉਂਦਾ। ਅਨੰਤ ਜਨਮ ਹੋ ਗਏ ਵਿਛੜਿਆਂ ਹੋਇਆਂ, ਪਰ ਇਸ ਵਾਰ ਅਸੀਂ ਆਪਣਾ ਜਨਮ ਲੇਖੇ ਲਾਉਣਾ ਚਾਹੁੰਦੇ ਹਾਂ। ਤੇ ਲੇਖੇ ਤਾਂ ਹੀ ਲੱਗੇਗਾ ਜੇ ਅਸੀਂ ਦਿਲੋਂ ਇਹ ਫਰਿਆਦ, ਅਰਦਾਸ, ਬੇਨਤੀ, ਅਰਜ਼ੋਈ ਮਾਲਕ ਦੇ ਚਰਨਾਂ ਦੇ ਵਿੱਚ ਕਰਾਂਗੇ। ਇੱਕ ਓਅੰਕਾਰ ਜਿਹਦੇ ਤੋਂ ਵਿਛੜੇ ਹਾਂ, ਸਤਿਗੁਰ ਪ੍ਰਸਾਦ, ਉਹਦਾ ਮਿਲਾਪ ਸਤਿਗੁਰੂ ਦੇ ਰਾਹੀਂ ਹੀ ਹੋਣਾ ਹੈ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਪਰ ਧੁਰ ਦੀ ਸਮਝ ਵੀ ਤਾਂ ਹੋਣੀ ਚਾਹੀਦੀ ਹੈ। ਧੁਰ ਦੀ ਸਮਝ ਹੋਏਗੀ ਤਾਂ ਸਤਿਗੁਰੂ ਨੇ ਮਿਲਾਉਣਾ ਹੈ। ਜੇ ਤੜਪ ਅੰਦਰ ਹੋਏਗੀ ਪ੍ਰਭੂ ਨੂੰ ਮਿਲਣ ਦੀ ਤਾਂ ਸਤਿਗੁਰੂ ਨੇ ਮਿਲਾਉਣਾ ਹੈ। ਜੇ ਅੰਦਰ ਤੜਪ ਹੀ ਨਾ ਹੋਈ ਪ੍ਰਭੂ ਨੂੰ ਮਿਲਣ ਦੀ ਤੇ ਫਿਰ ਸਤਿਗੁਰੂ ਨੇ ਕਿਵੇਂ ਮਿਲਾਉਣਾ ਹੈ ਸਾਨੂੰ? ਸਾਹਿਬ ਜੀ ਨੇ ਆਖਿਆ ਫਿਰ ਆਓ ਆਰੰਭਤਾ ਵਿੱਚ ਅੱਜ ਫਿਰ ਅਰਦਾਸ ਕਰਦੇ ਚਲੀਏ। ਤੇ ਧਿਆਨ ਰੱਖਿਓ, ਅੱਜ ਅਰਦਾਸ ਕਰਕੇ ਇੱਕ ਲੈਸਨ ਨਾਲ ਲੈ ਕੇ ਜਾਣਾ ਹੈ, ਔਰ ਉਸ ਲੈਸਨ ਨੂੰ, ਉਸ ਪਾਠ ਨੂੰ ਅਸੀਂ ਕਮਾ ਕੇ ਫਿਰ ਆਉਣਾ ਹੈ। ਤੇ ਕਮਾਉਣ ਵਾਸਤੇ ਇਹ ਨਹੀਂ ਵੀ ਅੱਜ ਆਏ ਹਾਂ ਤੇ ਹੁਣ ਅਗਲੇ ਮਹੀਨੇ ਆਵਾਂਗੇ, ਨਹੀਂ। ਜੇ ਅਸੀਂ ਅੱਜ ਆਏ ਹਾਂ ਤੇ ਇਹਨੂੰ ਰੋਜ਼ ਰੋਜ਼ ਆ ਕੇ ਗੁਰੂ ਦਰ ਤੇ ਸੰਗਤ ਵਿੱਚ ਬੈਠ ਕੇ ਕਮਾਉਣਾ ਹੈ। ਤੇ ਜਦੋਂ ਕਮਾ ਲਾਂਗੇ, ਫਿਰ ਜਦੋਂ ਇਹ ਮਹੀਨਾ ਬਦਲੇਗਾ, ਸਮਾਂ ਬਦਲੇਗਾ, ਫਿਰ ਆਖਾਂਗੇ ਮਹਾਰਾਜ ਜੀ ਆਹ ਕਮਾ ਲਿਆ, ਫਿਰ ਗੁਰੂ ਸਾਹਿਬ ਨੇ ਅਗਲਾ ਲੈਸਨ ਦੇਣਾ। ਕਿਉਂਕਿ ਅਸੀਂ ਪਹਿਲਾਂ ਨਰਸਰੀ ਦੇ ਵਿੱਚ ਬੈਠਾਂਗੇ, ਫਿਰ ਸਕੂਲ ਵਿੱਚ ਆਵਾਂਗੇ, ਫਿਰ ਹਾਈ ਸਕੂਲ ਵਿੱਚ, ਫਿਰ ਕਾਲਜ ਵਿੱਚ ਜਾ ਕੇ ਡਿਗਰੀ ਮਿਲਣੀ ਹੈ। ਕਿ ਪਹਿਲਾਂ ਹੀ ਸਾਨੂੰ ਨਰਸਰੀ ਵਿੱਚ ਹੀ ਡਿਗਰੀ ਮਿਲ ਜਾਏਗੀ, ਪਹਿਲੇ ਦਿਨ ਨਹੀਂ ਮਿਲਣੀ। ਪਹਿਲੇ ਤੇ ਸਾਨੂੰ ਆ ਕੇ ਬੇਨਤੀ ਕਰਨੀ ਪੈਣੀ ਆ, ਪੁਕਾਰ ਕਰਨੀ ਪੈਣੀ ਆ, ਫਿਰ ਉਹਨੂੰ ਕਮਾਉਣਾ ਪੈਣਾ ਹੈ। ਜਿਨ੍ਹਾਂ ਨੇ ਕਮਾ ਲਿਆ ਫਿਰ ਉਹਨਾਂ ਨੂੰ ਇੱਕ ਦਿਨ ਡਿਗਰੀ ਮਿਲ ਜਾਏਗੀ। ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਤੇ ਉਹਨਾਂ ਲਈ ਫਿਰ ਮਹਾ ਦਿਵਸ ਮੂਰਤ ਭਲੇ ਹੋ ਜਾਏਗਾ। ਉਹਨਾਂ ਲਈ ਹਰ ਦਿਨ, ਜਾਂ ਵੈਸੇ ਵੀ ਜਿਹੜਾ 12 ਮਾਹ ਦਾ ਪਾਠ ਕਰਦਾ ਨਾ, ਇਹ ਇੱਕ ਦਿਨ ਵਾਸਤੇ ਨਹੀਂ, ਇਹ ਪਾਠ ਕਰਦੇ ਰਹਿਣਾ ਚਾਹੀਦਾ ਹੈ ਆਪਣੇ ਆਪਣੇ ਤਲ ਤੇ, ਤਾਂ ਕਿ ਸਾਨੂੰ ਕੋਈ ਵਹਿਮ ਭਰਮ ਨਾ ਪਾ ਸਕੇ, ਅਸੀਂ ਆਪਣੇ ਰਾਹ ਤੋਂ ਭਟਕ ਨਾ ਸਕੀਏ, ਕਰਮ ਕਾਂਡ ਤੋਂ ਬਚ ਸਕੀਏ। ਤੇ ਗੁਰੂ ਸਾਹਿਬ ਨੇ ਕਿਹਾ ਆਓ ਅਰਦਾਸ ਕਰੋ ਰਲ ਕੇ, ਤਾਂ ਕਿ ਉਸ ਮਾਲਕ ਦੀ ਕਿਰਪਾ ਸਾਡੇ ਤੇ ਹੋ ਸਕੇ। ਤੇ ਉਹ ਅਰਦਾਸ ਦੀ ਸ਼ੁਰੂਆਤ ਕਿੱਥੋਂ ਹੈ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਰਦਾਸ ਕਿਹਦੇ ਅੱਗੇ ਹੈ? ਰਾਮ, ਰਮੇ ਹੋਏ ਪਰਮੇਸ਼ਵਰ ਦੇ ਅੱਗੇ ਕਿ ਹੇ ਵਾਹਿਗੁਰੂ ਜੀ, ਸਮਾਂ ਬਦਲ ਗਿਆ, ਮਹੀਨੇ ਬਦਲ ਗਏ, ਰੁੱਤਾਂ ਬਦਲ ਗਈਆਂ, ਪਰ ਅਸੀਂ ਉੱਥੇ ਦੇ ਉੱਥੇ ਹੀ ਖਲੋਤੇ ਹਾਂ। ਅੱਜ ਵੀ ਸਾਡੀ ਫਰਿਆਦ ਇਹ 12 ਮਹੀਨੇ ਪਹਿਲਾਂ ਵੀ ਸੀ, ਉਸ ਤੋਂ 12 ਮਹੀਨੇ ਪਹਿਲਾਂ ਵੀ ਸੀ, ਅੱਜ ਵੀ ਸਾਡੀ ਇਹੀ ਅਰਦਾਸ ਹੈ ਕਿ ਕਿਰਤ ਕਰਮ ਕੇ ਵਿਛੜੇ। ਅਸੀਂ ਆਪਣੇ ਹੀ ਕੀਤੇ ਹੋਏ ਕਰਮ ਕਰਕੇ ਵਿਛੜੇ ਹੋਏ ਹਾਂ। ਦੋਸ਼ ਕਿਹਨੂੰ ਦਈਏ?
ਕਿਦੇ ਉੱਤੇ ਅਸੀਂ ਦੋਸ਼ ਮੜੀਏ ਕਿ ਤੇਰੇ ਕਰਕੇ ਇਦਾਂ ਹੋਇਆ? ਨਹੀਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਹਿੰਦੇ ਜੋ ਮੈਂ ਕੀਤਾ ਹੈ ਉਹੀ ਮੈਂ ਪਾਇਆ ਹੈ। ਹੁਣ ਦੁਨੀਆ ਵਿੱਚ ਅਨਿਆਂ ਹੋ ਸਕਦਾ ਹੈ, ਕਿਉਂਕਿ ਦੁਨੀਆ ਵਿੱਚ ਹੁੰਦਾ ਹੀ ਅਨਿਆਂ ਹੈ, ਪਰ ਮਾਲਕ ਦੇ ਘਰ ਵਿੱਚ, ਉਹਦੇ ਦਰਬਾਰ ਦੇ ਵਿੱਚ, ਜਿਹੜਾ ਸੱਚਾ ਦਰਬਾਰ ਹੈ, ਉਹਦੇ ਘਰ ਦੇ ਵਿੱਚ ਅਨਿਆਏ ਨਹੀਂ, ਉਹਦੇ ਘਰ ਵਿੱਚ ਨਿਆਂ ਹੁੰਦਾ ਹੈ। ਉਹਦੇ ਘਰ ਦੇ ਵਿੱਚ ਕਿਸੇ ਨੂੰ ਵੀ ਬੇਇਨਸਾਫੀ ਨਹੀਂ, ਇਨਸਾਫ ਹੈ। ਜੋ ਬੀਜਾਂਗੇ ਉਹੀ ਫਲ ਮਿਲਣਾ ਹੈ। ਜੈਸਾ ਕਰਮ ਕਰਾਂਗੇ ਵੈਸਾ ਹੀ ਫਲ ਮਿਲਣਾ ਹੈ। ਇਸ ਲਈ ਮਹਾਰਾਜ ਨੇ ਆਖਿਆ ਵੀ ਬੇਨਤੀ ਕਰੋ ਵੀ ਇਹ ਸਾਡੇ ਆਪਣੇ ਹੀ ਕੀਤੇ ਹੋਏ ਕਰਮ ਨੇ, ਦੋਸ਼ ਕਿਹਨੂੰ ਦਈਏ ਅਸੀਂ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਹੁਣ ਤੁਸੀਂ ਕਿਰਪਾ ਕਰੋਗੇ ਤਾਂ ਇਹ ਮਿਲਾਪ ਹੋਣਾ ਹੈ, ਕਿਉਂਕਿ ਕਰਮ ਸਾਡਾ ਹੀ ਹੈ, ਪਰ ਕਿਰਪਾ ਤੁਹਾਡੀ ਚਾਹੀਦੀ ਹੈ। ਤੁਹਾਡੀ ਕਿਰਪਾ ਤੋਂ ਬਿਨਾਂ ਅਸੀਂ ਅਧੂਰੇ ਹਾਂ। ਅਸੀਂ ਆਪਣੇ ਵੱਲੋਂ ਜਿੰਨਾ ਮਰਜ਼ੀ ਨਾਮਣਾ ਦੁਨੀਆ ਵਿੱਚ ਬਣਾ ਲਈਏ, ਪਰ ਤੁਹਾਡੀ ਕਿਰਪਾ ਤੋਂ ਬਿਨਾਂ ਅਸੀਂ ਅਧੂਰੇ ਹੀ ਹਾਂ। ਇਸ ਲਈ ਕਿਰਪਾ ਕਰੋ ਸਾਡੇ ਤੇ ਜਦੋਂ ਕਿਰਪਾ ਕਰਨੀ ਤੇ ਮੇਰਾ ਗੁਣ ਅਵਗਣ ਨਾ ਵੇਖਣਾ। ਜੇ ਤੁਸੀਂ ਮੇਰੇ ਗੁਣ ਅਵਗਣ ਨੂੰ ਵੇਖ ਕੇ ਕਿਰਪਾ ਕਰੋਗੇ, ਫਿਰ ਭਾਵੇਂ 1 ਸਾਲ ਨਹੀਂ ਕਈ ਸਾਲ ਹੋਰ ਲੰਘ ਜਾਣ, ਕਿ ਮੈਂ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮੇਰਾ ਗੁਣ ਅਵਗਣ ਨਾ ਵਿਚਾਰਿਓ ਕਿਰਪਾ ਕਰਨ ਲੱਗਿਆਂ, ਕਿਉਂਕਿ ਜੇ ਤੁਸੀਂ ਗੁਣ ਅਵਗਣ ਵਿਚਾਰੋਗੇ ਤਾਂ ਸਭ ਅਵਗਣ ਮੈਂ ਗੁਣ ਨਹੀਂ ਕੋਈ, ਮੇਰੇ ਵਿੱਚ ਗੁਣ ਹੈ ਹੀ ਕੋਈ ਨਹੀਂ, ਤੇ ਫਿਰ ਅਧੂਰੇ ਰਹਿ ਜਾਵਾਂਗੇ। ਇਸ ਲਈ ਤਰਸ ਕਰਕੇ ਕਿਰਪਾ ਕਰਨੀ, ਆਪਣੀ ਰਹਿਮਤ ਕਰਕੇ ਕਿਰਪਾ ਕਰਨੀ, ਮੇਰਾ ਗੁਣ ਅਵਗਣ ਵੇਖ ਕੇ ਨਹੀਂ। 4 ਕੁੰਟ। ਹੁਣ ਇਹ ਅਰਦਾਸ ਐਵੇਂ ਥੋੜੀ ਹੋ ਗਈ ਹੈ ਕਿ ਕਿਸੇ ਨੇ ਕਿਹਾ ਵੀ ਚਲੋ ਅਰਦਾਸ ਕਰੋ ਤੇ ਆਪਾਂ ਤੁਰ ਪਏ। ਨਹੀਂ, ਪਹਿਲਾਂ ਅਸੀਂ ਚਾਰੇ ਪਾਸੇ ਭਟਕ ਕੇ ਆਏ ਹਾਂ। ਜਦੋਂ ਦੇਖਿਆ ਵੀ ਚਾਰੇ ਪਾਸੇ ਦਰਵਾਜ਼ੇ ਬੰਦ ਹੈ, ਕਿਤੇ ਵੀ ਕਿਰਪਾ ਨਹੀਂ ਮਿਲਦੀ ਪਈ, ਫਿਰ ਹਾਰ ਕੇ ਸਾਡੀ ਬੇਨਤੀ ਹੈ। ਸਾਹਿਬ ਜੀ ਕਹਿੰਦੇ ਤੂੰ ਭਟਕ ਭਟਕ ਕੇ ਆਇਆ ਹੈ, ਇਸ ਥਾਂ ਉੱਤੇ ਬੇਨਤੀ ਕਰਨ ਵਾਸਤੇ ਸੌਖਾ ਨਹੀਂ ਆਏ ਆਪਾਂ। ਸਤਿਗੁਰੂ ਮਹਾਰਾਜ ਨੇ ਆਖਿਆ 4 ਕੁੰਟ, 4 ਦਿਸ਼ਾਵਾਂ, ਦਹ ਦਿਸ਼ ਦਸੇ ਦਿਸ਼ਾਵਾਂ। 4 ਦਿਸ਼ਾਵਾਂ ਨੇ, ਉੱਤਰ ਪੂਰਬ ਦੱਖਣ ਪੱਛਮ। ਇਹਨਾਂ ਦੇ ਅੱਗੋਂ 4 ਕੋਨੇ ਨੇ, ਔਰ ਧਰਤੀ ਤੇ ਆਸਮਾਨ, ਇਹ 10 ਦਿਸ਼ਾਵਾਂ ਨੇ। 4 ਕੁੰਟ ਦਹ ਦਿਸ਼ ਭ੍ਰਮੇ ਭਟਕ ਕੇ ਥੱਕ ਆਏ ਪ੍ਰਭ ਕੀ ਸਾਮ। ਹੇ ਪ੍ਰਭ ਜੀ, ਅਸੀਂ ਥੱਕ ਕੇ ਆਏ ਹਾਂ, ਹੁਣ ਹੋਰ ਕਿਸੇ ਅਗਾਂਹ ਥਾਂ ਤੇ ਜਾਣ ਦੀ ਹਿੰਮਤ ਨਹੀਂ ਹੈ। ਅਸੀਂ ਅਨੰਤ ਕਰਮ ਜਿਹੜੇ ਆ ਉਹ ਕਰਕੇ ਆਏ ਹਾਂ, ਹੁਣ ਹੋਰ ਕਰਮ ਕਰਨ ਦੀ ਸਾਡੇ ਕੋਲ ਹਿੰਮਤ ਨਹੀਂ ਹੈ। ਅਸੀਂ ਥੱਕ ਕੇ ਭਟਕ ਕੇ ਤਾਂ ਤੁਹਾਡੇ ਦਰ ਤੇ ਆਏ ਹਾਂ, ਕਿਉਂਕਿ ਪਤਾ ਹੈ ਹੁਣ ਤੁਹਾਡੀ ਕਿਰਪਾ ਤੋਂ ਬਿਨਾਂ ਗੱਲ ਨਹੀਂ ਬਣਨੀ। ਇੱਥੇ ਵੀ ਸਾਨੂੰ ਇੱਕ ਭਰਮ ਪਾ ਦਿੱਤਾ ਗਿਆ ਕਿ ਜੇ ਤੁਸੀਂ ਜਾਓ ਗੁਰੂ ਸਾਹਿਬ ਦੇ ਦਰ ਤੇ ਬਾਹਰੀ ਤੌਰ ਤੇ, ਜਿਵੇਂ ਕਿਸੇ ਨੇ ਕੁਛ ਵੀ ਆਖਿਆ ਵੀ ਆਹ ਫਲ ਦੇ ਰੂਪ ਵਿੱਚ, ਕਿਸੇ ਰੂਪ ਵਿੱਚ ਵੀ, ਜਾਂ ਕਈ ਐਸੇ ਵੀ ਹੁੰਦੇ ਆ ਜਿਹੜੇ ਗੁਰੂ ਸਾਹਿਬ ਦੇ ਦਰ ਤੇ ਗੁਰੂ ਸਾਹਿਬ ਦੇ ਪੀੜੇ ਨੂੰ ਧਾਗਾ ਬੰਨਣ ਵਾਸਤੇ ਆਉਂਦੇ ਆ। ਪੁੱਛਿਆ ਵੀ ਇਹ ਕਾਹਦੇ ਲਈ? ਕਹਿੰਦੇ ਜੀ ਗੁਰੂ ਸਾਹਿਬ ਦੀ ਕਿਰਪਾ ਸਾਡੇ ਤੇ ਹੋ ਜਾਏ। ਹੁਣ ਉਹ ਜਿਹਨੇ ਇਸ ਤਰ੍ਹਾਂ ਦਾ ਚੱਕਰ ਪਾਇਆ, ਉਸੇ ਚੱਕਰ ਵਿੱਚ ਅਸੀਂ ਆਏ। ਪਰ ਮਹਾਰਾਜ ਨੇ ਸਾਨੂੰ ਇਹ ਨਹੀਂ ਆਖਿਆ, ਮਹਾਰਾਜ ਨੇ ਆਖਿਆ ਬੇਨਤੀ ਕਰਨ ਲਈ ਆ ਗੁਰੂ ਸਾਹਿਬ ਦੇ ਦਰ ਤੇ। ਇਹ ਅਸੀਂ ਹਾਰ ਕੇ ਥੱਕ ਕੇ ਵਾਹਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਆਏ ਹਾਂ, ਆਪਣੇ ਕੀਤੇ ਹੋਏ ਕਰਮ ਕਰਕੇ ਵਿਛੜੇ ਹਾਂ, ਤੁਹਾਡੀ ਕਿਰਪਾ ਦੇ ਪਾਤਰ ਬਣਨ ਵਾਸਤੇ ਆਏ ਹਾਂ। ਤੀਨ ਦੁੱਧ ਹੈ ਤੇ ਬਾਹਰੀ, ਕਿਤੈ ਨ ਆਵੇ ਕਾਮ। ਜਲ ਬਿਨ ਸਾਖ ਕੁਮਲਾਵਤੀ, ਉਪਜਹਿ ਨਾਹੀ ਦਾਮ। ਹੁਣ ਪਤਾ ਲੱਗਾ ਕਿ ਧੇਨ ਗਊ
ਦੁੱਧ ਹੈ ਤੇ ਬਾਰੀ, ਜਦੋਂ ਇਹ ਦੁੱਧ ਤੋਂ ਬਾਹਰੀ ਹੋ ਜਾਏ, ਭਾਵ ਇਹ ਦੁੱਧ ਨਾ ਦੇਵੇ, ਕਿਤੇ ਨਾ ਆਵੇ ਕਾਮ, ਫਿਰ ਇਹ ਗਊ ਕਿਤੇ ਕੰਮ ਨਹੀਂ ਆਉਂਦੀ। ਜਿਹੜੀਆਂ ਤੇ ਗਊਆਂ ਦੁੱਧ ਦਿੰਦੀਆਂ ਨੇ ਉਹਨਾਂ ਦੀ ਕਿੰਨੀ ਸੰਭਾਲ ਹੋ ਰਹੀ ਹੈ, ਕਿੰਨੀ ਸੰਭਾਲ ਉਹਦੀ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਕਿਉਂਕਿ ਉਹ ਦੁੱਧ ਦਿੰਦੀ ਹੈ। ਪਰ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਗਊਆਂ, ਅਸੀਂ ਵੇਖਦੇ ਹਾਂ ਗਲੀਆਂ ਵਿੱਚ, ਬਾਜ਼ਾਰਾਂ ਵਿੱਚ ਤੁਰੀਆਂ ਫਿਰਦੀਆਂ, ਤੇ ਜੇ ਕਿਤੇ ਕੋਈ ਸਾਡੇ ਰਾਹ ਵਿੱਚ ਆ ਕੇ ਖਲੋ ਜਾਏ ਤੇ ਅਸੀਂ ਫਿਰ ਕੀ ਹਾਲ ਉਹਦਾ ਕਰਦੇ ਹਾਂ, ਉਹਦੀ ਕੀ ਹਾਲਤ ਹੁੰਦੀ ਹੈ। ਉਹਨੂੰ ਪਾਸੇ ਕਰਨ ਲੱਗਿਆਂ ਕਿੰਨਾ ਸਾਨੂੰ ਗੁੱਸਾ ਆਉਂਦਾ ਹੈ, ਕ੍ਰੋਧ ਆਉਂਦਾ ਹੈ, ਬੁੜਬੜਾਉਂਦੇ ਰਹਿੰਦੇ ਹਾਂ, ਜਾਂ ਉਹਨੂੰ ਪਾਸੇ ਕਰਨ ਲਈ ਕੀ ਕੁਛ ਨਹੀਂ ਕਰਦੇ। ਸਮਝ ਆ ਗਈ ਵੀ ਮਹਾਰਾਜ ਜੀ ਜਿਵੇਂ ਇੱਕ ਗਊ ਦੁੱਧ ਤੋਂ ਬਾਹਰੀ ਹੋ ਜਾਏ, ਉਹ ਕਿਤੇ ਕੰਮ ਨਹੀਂ ਆਉਂਦੀ। ਜਲ ਬਿਨ ਸ਼ਾਖ ਕੁਮਲਾਵਤੀ, ਉਪਜੈ ਨਾਹੀ ਦਾਮ। ਜਿਹੜੀ ਸਾਖ ਖੇਤੀ ਫਸਲ ਪਾਣੀ ਤੋਂ ਬਿਨਾਂ ਕੁਮਲਾ ਜਾਵੇ, ਮੁਰਝਾ ਜਾਵੇ, ਕਹਿੰਦੇ ਨੇ ਉਹਦਾ ਕੋਈ ਦਾਮ ਦਮੜਾ ਨਹੀਂ ਮਿਲਦਾ, ਉਹਦੀ ਕੋਈ ਕੀਮਤ ਨਹੀਂ ਮਿਲਦੀ। ਜਿਹੜੀ ਫਸਲ ਪਾਣੀ ਤੋਂ ਬਿਨਾਂ ਕੁਮਲਾ ਗਈ, ਮੁਰਝਾ ਗਈ, ਉਹਦਾ ਕੋਈ ਮੁੱਲ ਨਹੀਂ ਪੈਂਦਾ ਹੈ, ਉਹਦੀ ਕੋਈ ਕੀਮਤ ਨਹੀਂ ਪੈਂਦੀ ਹੈ। ਇਹ ਦੋ ਗੱਲਾਂ ਨੇ ਮਨ ਨੂੰ ਬੜੀ ਗਹਿਰੀ ਚੋਟ ਦਿੱਤੀ। ਮਨਾ, ਕਿੱਥੇ ਭਰਮ ਵਿੱਚ ਤੁਰਿਆ ਫਿਰਦਾ, ਜੇ ਉਸ ਮਾਲਕ ਦੇ ਨਾਮ ਦੀ ਬਖਸ਼ਿਸ਼ ਤੇਰੇ ਤੇ ਨਹੀਂ ਤੇ ਤੇਰਾ ਜੀਵਨ ਵੀ ਕਿਸੇ ਕੰਮ ਦਾ ਨਹੀਂ ਹੈ। ਤੂੰ ਨਿਕੰਮਾ ਹੈ। ਦੁਨੀਆ ਭਾਵੇਂ ਤੈਨੂੰ ਕੰਮ ਦਾ ਕਹਿੰਦੀ ਹੋਵੇ, ਪਰ ਦੁਨੀਆ ਵੀ ਤਾਂ ਕਹਿੰਦੀ ਹੈ ਜੇ ਘਰ ਵਿੱਚ 4 ਦਾਣੇ ਨੇ, ਜੇਬ ਵਿੱਚ 4 ਪੈਸੇ ਨੇ, ਮਗਰ 4 ਬੰਦੇ ਨੇ, ਤੇ ਬੰਦਾ ਕਹਿੰਦਾ ਵੀ ਇਹ ਬੜੇ ਕੰਮ ਦਾ ਬੰਦਾ ਹੈ। ਪਰ ਮਹਾਰਾਜ ਕਹਿੰਦੇ ਨੇ ਜੇ ਤੂੰ ਦੇਖੇ ਗੁਰਮਤ ਦੇ ਰਾਹ ਉਤੇ ਚੱਲ ਕੇ, ਫਿਰ ਇਹਦੇ ਤੋਂ ਵੱਡਾ ਨਿਕੰਮਾ ਕੋਈ ਨਹੀਂ ਹੈ। ਕਿਉਂਕਿ ਉਹਦੇ ਕੋਲ ਪਰਮੇਸ਼ਵਰ ਦੇ ਗੁਣ ਨਹੀਂ, ਉਹਦੇ ਕੋਲ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਨਹੀਂ ਹੈ, ਕੇਵਲ ਬਾਹਰ ਦੇ 4 ਦਮੜੇ ਹੀ ਨੇ। ਇਸ ਕਰਕੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਉਹਨੇ ਤੇ ਜਨਮ ਅਕਾਰਥ ਕਰ ਲਿਆ, ਪਰ ਅਸੀਂ ਕਹਿੰਦੇ ਹਾਂ ਬੰਦਾ ਹੀ ਬੜੇ ਕੰਮ ਦਾ ਹੈ। ਉਹ ਸਾਡੀ ਨਜ਼ਰ ਦੇ ਵਿੱਚ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਜ਼ਰ ਵਿੱਚ ਉਹਨੇ ਆਪਣਾ ਸਾਰੇ ਦਾ ਸਾਰਾ ਜਨਮ ਹੀ ਬੇਅਰਥ ਗਵਾ ਲਿਆ। ਜਿਹੜਾ ਬੰਦਾ ਕਹਿੰਦਾ ਵੀ ਖਾ ਲਓ ਵਧੀਆ ਤੇ ਸੌ ਲਓ ਵਧੀਆ, ਇਹੀ ਜ਼ਿੰਦਗੀ ਹੈ, ਵਧੀਆ ਸੌ ਲਿਆ, ਵਧੀਆ ਖਾ ਲਿਆ, ਮਹਾਰਾਜ ਕਹਿੰਦੇ ਇਹ ਨਿਕੰਮਿਆਂ ਦਾ ਕੰਮ ਹੈ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਮਹਾਰਾਜ ਕਹਿੰਦੇ ਨੇ ਇਹ ਜੀਵਨ ਲੇਖੇ ਨਹੀਂ ਲੱਗਾ। ਹੁਣ ਪਤਾ ਲੱਗਾ, ਪਹਿਲੇ ਸਮਝਾਉਂਦੇ ਸੀ ਵੀ ਨਾਮ ਦਾ ਅਭਿਆਸ ਕਰੋ, ਅੰਮ੍ਰਿਤ ਵੇਲਾ ਸੰਭਾਲੋ, ਗੁਰੂ ਵਾਲੇ ਬਣੋ, ਸੰਗਤ ਕਰੋ, ਸੇਵਾ ਸਿਮਰਨ ਵਿੱਚ ਜੁੜੋ, ਤੇ ਬੰਦਾ ਨਹੀਂ ਸੀ ਸਮਝਦਾ। ਹੁਣ ਪਤਾ ਲੱਗਾ ਜਦੋਂ ਇੱਕ ਗਊ ਦੀ ਹਾਲਤ ਵੇਖੀ ਵੀ ਜਿੰਨਾ ਚਿਰ ਇਹ ਦੁੱਧ ਦਿੰਦੀ ਸੀ ਉਨਾ ਚਿਰ ਕਹਿੰਦੇ ਇਹਦਾ ਮੁੱਲ, ਇਹਦੀ ਕੀਮਤ ਸੀ, ਇਹਦਾ ਸਤਿਕਾਰ ਸੀ, ਪਰ ਜਦੋਂ ਹੀ ਦੁੱਧ ਤੋਂ ਬਾਹਰੀ ਹੋ ਗਈ ਤੇ ਇਹਦਾ ਜਿਹੜਾ ਸਤਿਕਾਰ ਸੀ ਉਹ ਖਤਮ ਹੋ ਗਿਆ, ਇਹਦੀ ਜਿਹੜੀ ਕੀਮਤ ਸੀ ਖਤਮ ਹੋ ਗਈ। ਹੁਣ ਖੇਤੀ ਜਿਹੜੀ ਸੀ, ਫਸਲ ਜਿਹੜੀ ਤਾਂ ਫਸਲ ਤਿਆਰ ਬਰ ਤਿਆਰ ਸੀ, ਉਹਦਾ ਤੇ ਮੁੱਲ ਵੀ ਪੈ ਗਿਆ, ਪਰ ਜਿਹੜੀ ਕੁਮਲਾ ਗਈ ਸੀ ਉਹਦਾ ਮੁੱਲ ਹੀ ਕੋਈ ਨਹੀਂ ਪਿਆ। ਜਿਵੇਂ ਛੁੱਟੈ ਤਿਲ ਬੁਆੜ ਜਿਉਂ ਸੁੰਜੈ ਅੰਦਰ, ਖੇਤ ਜਿਹੜੇ ਤਿਲਾਂ ਦੇ ਬੂਟਿਆਂ ਵਿੱਚ ਤਿਲ ਨਹੀਂ ਸਨ ਉਹ ਤਾਂ ਖੇਤਾਂ ਵਿੱਚ ਪਏ ਰਹਿ ਗਏ ਸੁੰਨੇ, ਤੇ ਜਿਨ੍ਹਾਂ ਦੇ ਵਿੱਚ ਤਿਲ ਸੀ ਮਾਲਕ ਨੇ ਉਹਨਾਂ ਨੂੰ ਸੰਭਾਲ ਲਿਆ। ਬਸ ਸਾਡੀ ਜ਼ਿੰਦਗੀ ਵੀ ਇਸੇ ਤਰ੍ਹਾਂ ਦੀ ਹੈ। ਸਾਹਿਬ ਜੀ ਅਰਦਾਸ ਹੈ ਮਾਲਕ ਜੀ ਤੁਹਾਡੇ ਚਰਨਾਂ ਵਿੱਚ ਕਿ ਜਿਵੇਂ ਧੇਨ ਤੋਂ ਦੁੱਧ ਤੋਂ ਬਿਨਾਂ ਧੇਨ ਗਊ ਦੀ ਕੋਈ ਕੀਮਤ ਨਹੀਂ, ਜਿਵੇਂ ਕੁਮਲਾਈ ਹੋਈ ਖੇਤੀ ਦੀ ਕੋਈ ਕੀਮਤ ਨਹੀਂ ਹੈ, ਇਸੇ ਤਰ੍ਹਾਂ ਮਾਲਕ ਜੀ ਅਸੀਂ ਤੁਹਾਡੇ ਦਰ ਤੇ ਆ ਕੇ ਬੇਨਤੀ ਜਿਹੜੀ ਆ ਉਹ ਕਰਦੇ ਹਾਂ। ਹਰ ਨਾਹ ਨਾ ਮਿਲਿਐ ਸਾਜਨ, ਕਤ ਪਾਈਐ ਬਿਸਰਾਮ, ਜਿਤ ਘਰ ਹਰ ਕੰਤ ਨਾ ਪ੍ਰਗਟਈ, ਪਾਠ ਨਗਰ ਸੇ ਗ੍ਰਾਮ। ਜੇ ਸਾਡੇ ਅੰਦਰ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ,
ਤੇ ਸਾਹਿਬ ਜੀ ਕਹਿੰਦੇ ਆ ਫਿਰ ਤੇਰਾ ਵੀ ਕੋਈ ਮੁੱਲ ਨਹੀਂ, ਤੇਰੀ ਵੀ ਕੋਈ ਕੀਮਤ ਨਹੀਂ ਹੈ, ਤੇਰਾ ਜੀਵਨ ਵੀ ਜਿਹੜਾ ਹੈ ਉਹ ਅਸਫਲ ਹੈ। ਹਰ ਨਾਹ ਨ ਮਿਲੀਐ ਸਾਜਨ, ਕਤ ਪਾਈਐ ਬਿਸਰਾਮ। ਸਾਹਿਬ ਜੀ ਕਹਿੰਦੇ ਅਰਦਾਸ ਕਰ ਕਿ ਵਾਹਿਗੁਰੂ ਜੀ, ਨਾਹਾਂ ਦਾ ਅਰਥ ਹੈ ਖਸਮ, ਮਾਲਕ, ਪਰਮੇਸ਼ਵਰ, ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਜੇ ਤੁਹਾਡਾ ਮਿਲਾਪ ਨਹੀਂ ਤਾਂ ਆ ਜੀਵ ਜਿਹੜੀ ਹੈ ਕਤ ਪਾਈ ਹੈ ਬਿਸਰਾਮ, ਕਿੱਥੇ ਇਹਨੂੰ ਜਾ ਕੇ ਟਿਕਾ ਮਿਲੇਗਾ? ਇਹਦਾ ਟਿਕਾ ਕਦੋਂ ਜਾ ਕੇ ਬਣੇਗਾ? ਜਿੰਨਾ ਚਿਰ ਤੁਹਾਡਾ ਮਿਲਾਪ ਨਹੀਂ ਹੁੰਦਾ, ਇਸ ਜਿੰਦ ਨੂੰ ਕਿਤੇ ਵਿਸ਼ਰਾਮ ਨਹੀਂ ਮਿਲਣਾ, ਕਿਤੇ ਇਹਨੂੰ ਟਿਕਾ ਨਹੀਂ ਮਿਲਣਾ। ਇਹ ਥਾਂ ਥਾਂ ਤੇ ਇਸ ਜਿੰਦ ਨੇ ਭਟਕਦੇ ਰਹਿਣਾ ਹੈ, ਭਟਕ ਵੀ ਰਹੀ ਹੈ ਤੇ ਭਟਕਦੇ ਰਹਿਣਾ ਹੈ, ਜਿੰਨਾ ਚਿਰ ਮਾਲਕ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੁੰਦੀ, ਜਾਂ ਜਿੰਨਾ ਚਿਰ ਨਾਮ ਦੀ ਬਖਸ਼ਿਸ਼ ਨਹੀਂ ਹੁੰਦੀ, ਉਨਾ ਚਿਰ ਅੰਦਰ ਟਿਕਾ ਕੋਈ ਨਹੀਂ ਆਉਣਾ। ਕਿਉਂ? ਕਿਉਂਕਿ ਆਹ ਜਿਹੜਾ ਘਰ ਹੈ ਨਾ, ਘਰ ਦੇ ਰਾਰੇ ਨੂੰ ਸਿਹਾਰੀ ਹੈ। ਘਰ ਵਿੱਚ ਆਹ ਜਿਹੜਾ ਸਰੀਰ ਰੂਪੀ ਘਰ ਹੈ, ਇਸ ਘਰ ਦੇ ਅੰਦਰ ਇਸ ਤਰ੍ਹਾਂ ਹੈ ਜਿਵੇਂ ਭੱਠੀ ਹੁੰਦੀ ਹੈ ਨਾ, ਭੱਠੀ ਅੰਦਰੋਂ ਤਪਦੀ ਹੁੰਦੀ ਹੈ। ਬਾਹਰੋਂ ਦੇਖਣ ਨੂੰ ਤਾਂ ਠੀਕ ਲੱਗਦੀ ਹੈ, ਪਰ ਅੰਦਰ ਵੇਖੋਗੇ ਤੇ ਅੰਦਰ ਅੱਗ ਦੇ ਭਾਂਬੜ ਪਏ ਬਲਦੇ ਨੇ। ਬਸ ਆਹ ਘਰ ਵੀ ਇਦਾਂ ਹੀ ਹੈ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲਾਏ। ਹੁਣ ਦੇਖੋ ਜਿਹੜੀ ਗੱਲ ਇੱਥੇ ਸਮਝਾਈ, ਅਗਾਂਹ ਜਾ ਕੇ ਵੀ ਸਮਝਾਉਣੀ ਹੈ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੁ ਨ ਜਿਨ੍ਹਾਂ ਪਾਸ, ਜਿਨ੍ਹਾਂ ਕੋਲ ਪਰਮੇਸ਼ਵਰ ਦਾ ਨਾਮ ਨਹੀਂ ਹੈ, ਉਹਨਾਂ ਦਾ ਅੰਦਰ ਇਹ ਨਗਰ, ਉਹਨਾਂ ਦਾ ਅੰਦਰ ਇਹ ਪਿੰਡ ਭੱਠੀ ਦੇ ਵਾਂਗੂ ਤਪਦਾ ਪਿਆ ਹੈ। ਤਪਦਾ ਕਿਵੇਂ ਪਿਆ? ਅੰਦਰ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅਗਨੀ ਬਲਦੀ ਪਈ ਹੈ। ਉਸ ਅਗਨੀ ਕਰਕੇ ਅੰਦਰੋਂ ਤਪਿਆ ਰਹਿੰਦਾ ਹਰ ਵੇਲੇ, ਉਸ ਭੱਠੀ ਦੇ ਵਾਂਗੂ ਹਰ ਵੇਲੇ ਅੰਦਰੋਂ ਬਲਦਾ ਤੇ ਤਪਦਾ ਰਹਿੰਦਾ ਹੈ। ਇਹ ਹਾਲਤ ਮੇਰੀ ਹੋ ਚੁੱਕੀ ਹੈ ਮੇਰੇ ਮਾਲਕਾ। ਜਿੰਨਾ ਚਿਰ ਨਾਮ ਦੀ ਬਖਸ਼ਿਸ਼ ਨਹੀਂ ਮਿਲਣੀ, ਉਨਾ ਚਿਰ ਅੰਦਰ ਟਿਕਾ ਕੋਈ ਨਹੀਂ ਆਉਣਾ। ਤੇ ਜਿਹੜਾ ਇਹ ਘਰ ਹੈ, ਇਹ ਘਰ ਦੇ ਵਿੱਚ ਜੇ ਕੰਤ ਪ੍ਰਗਟ ਨਾ ਹੋਇਆ, ਜੇ ਇਸ ਜਿੰਦ ਦਾ ਮਾਲਕ ਪ੍ਰਗਟ ਨਾ ਹੋਇਆ, ਤੇ ਇਹ ਜਿਹੜਾ ਮੇਰਾ ਜੀਵਨ ਇੱਕ ਭੱਠੀ ਦੀ ਤਰ੍ਹਾਂ ਹੈ। ਔਰ ਜਿਹੜਾ ਇਸ ਨਗਰ ਦੇ ਵਿੱਚ ਜੋ ਪਿੰਡ ਗ੍ਰਾਮ ਨਗਰ ਹੈ, ਇਹ ਭੱਠੀ ਦੀ ਤਰ੍ਹਾਂ ਅੰਦਰੋਂ ਤਪਦਾ ਪਿਆ। ਇਸ ਲਈ ਕਰ ਕਿਰਪਾ ਮੇਲੋ ਰਾਮ, ਤੁਸੀਂ ਕਿਰਪਾ ਤਰਸ ਕਰਕੇ ਮੈਨੂੰ ਮਿਲਾਪ ਬਖਸ਼ੋ। ਕਿਉਂਕਿ ਹਾਲਤ ਇਹ ਹੈ ਕਿ ਹਰ ਨਾਹ ਨ ਮਿਲੀਐ ਸਾਜਨ, ਕਤ ਪਾਈਐ ਬਿਸਰਾਮ। ਜਿਤ ਘਰ, ਜਿਹਦੇ ਘਰ ਵਿੱਚ ਹਰ ਕੰਤ ਨਾ ਪ੍ਰਗਟੀ, ਹਰੀ ਰੂਪੀ ਕੰਤ ਪ੍ਰਗਟ ਨਹੀਂ ਹੁੰਦਾ ਹੈ। ਭੱਠ ਨਗਰ ਸੇ ਗ੍ਰਾਮ, ਸੇ ਮੈਨੇ ਉਹ ਨਗਰ, ਉਹ ਗ੍ਰਾਮ ਪਿੰਡ ਜਿਹੜੇ ਨੇ ਭੱਠ ਭੱਠੀ ਬਣੇ ਪਏ ਨੇ। ਅੰਦਰ ਨਫ਼ਰਤ ਦੀ ਅੱਗ ਭਰੀ ਪਈ ਹੈ। ਧਰਮ ਦੇ ਨਾਮ ਤੇ ਵੀ ਕਿੰਨੇ ਕਤਲੇਆਮ ਹੋਏ, ਧਰਮ ਦੇ ਅਸਥਾਨਾਂ ਨੂੰ ਵੀ ਕਿੰਨਾ ਅਸੀਂ ਅੱਗ ਦੇ ਹਵਾਲੇ ਕਰ ਦਿੱਤਾ। ਕਿਉਂ? ਕਿਉਂਕਿ ਸਾਡਾ ਅੰਦਰ ਵੀ ਭੱਠੀ ਦੀ ਤਰ੍ਹਾਂ ਤਪਿਆ ਪਿਆ ਹੈ। ਅੰਦਰ ਤ੍ਰਿਸ਼ਨਾ ਦੀ, ਅੰਦਰ ਕਾਮ ਕ੍ਰੋਧ ਦੀ, ਅੰਦਰ ਹੰਕਾਰ ਨਫ਼ਰਤ ਈਰਖਾ ਦੀ ਅੱਗ ਬਲਦੀ ਪਈ ਹੈ। ਉਸ ਅਗਨੀ ਨੇ ਅੰਦਰੋਂ ਵੀ ਸਾੜ ਦਿੱਤਾ, ਉਸ ਅਗਨੀ ਨੇ ਬਾਹਰੋਂ ਵੀ ਸਾੜ ਦਿੱਤਾ। ਇਸ ਲਈ ਮਾਲਕ ਜੀ, ਤੁਹਾਡੇ ਨਾਮ ਤੋਂ ਬਿਨਾਂ, ਤੁਹਾਡੇ ਤੋਂ ਵਿਛੜ ਕੇ ਭੱਠ ਨਗਰ ਸੇ ਗ੍ਰਾਮ ਵਾਲੀ ਹਾਲਤ ਬਣੀ ਪਈ ਹੈ। ਸਰਬ ਸ਼ਿੰਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ, ਪ੍ਰਭ ਸੁਆਮੀ ਕੰਤ ਵਿਹੁਣੀਆ, ਮੀਤ ਸੱਜਣ ਸਭ ਜਾਮ। ਸਰਬ ਦਾ ਅਰਥ ਹੈ ਸਾਰੇ, ਸ਼ਿੰਗਾਰ, ਤੰਬੋਲ ਰਸ, ਸਣ ਦੇਹੀ ਸਭ ਖਾਮ। ਆ ਜਿਹੜੇ ਸ਼ਿੰਗਾਰ ਕੀਤੇ, ਤੰਬੋਲ ਦਾ ਅਰਥ ਹੈ ਵੀ ਪਾਨ ਦੇ ਬੀੜੇ ਬਣਾ ਕੇ ਮੁਖ ਵਿੱਚ ਰੱਖੇ। ਸ਼ਿੰਗਾਰ ਜਿਹੜਾ ਸੀ ਹਰ ਪ੍ਰਕਾਰ ਦਾ ਅੰਦਰੋਂ ਕੀਤਾ, ਪਰ ਇਹ ਸ਼ਿੰਗਾਰ ਵੀ ਕਿਸੇ ਕੰਮ ਨਹੀਂ ਆਇਆ। ਸਣ ਦੇਹੀ, ਦੇਹੀ ਦੇ ਸਮੇਤ ਇਹ ਸਾਰੇ ਦੇ ਸਾਰੇ ਹੀ ਬੇਕਾਰ ਨੇ। ਖਾਮ ਜਿਹੜਾ ਇਹ ਸ਼ਬਦ ਹੈ, ਇਹ ਫਾਰਸੀ ਦਾ ਹੈ।
ਕਹਿੰਦੇ ਇਹ ਸਾਰੇ ਦੇ ਸਾਰੇ ਸ਼ਿੰਗਾਰ ਕੀਤੇ ਹੋਏ ਨਾਸ਼ਵੰਤ ਨੇ। ਇਹ ਸਾਰੇ ਦੇ ਸਾਰੇ ਕੀਤੇ ਸ਼ਿੰਗਾਰ ਅੰਦਰ ਵਿਕਾਰ ਪੈਦਾ ਕਰਦੇ ਨੇ। ਅਸੀਂ ਆਏ ਹਾਂ ਤੁਹਾਡੇ ਦਰ ਤੇ ਬਾਹਰ ਦਾ ਸ਼ਿੰਗਾਰ ਨਹੀਂ, ਅੰਦਰ ਦਾ ਸ਼ਿੰਗਾਰ ਕਰਨ, ਕਿਉਂਕਿ ਅੱਗੇ ਜਾ ਕੇ ਜਿਹੜੀ ਗੱਲ ਇੱਥੇ ਕੀਤੀ ਅੱਗੇ ਜਾ ਕੇ ਇਹਦਾ ਖੁਲਾਸਾ ਵੀ ਕਰਨਾ ਹੈ। ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ। ਮਾਰੇ ਕਹਿੰਦੇ ਲੱਖਾਂ ਸ਼ਿੰਗਾਰ ਇਦਾਂ ਦੇ, ਜਾਂ ਜਿਹੜੇ ਕਰਮ ਕਾਂਡ ਧਰਮ ਦੇ ਨਾਂ ਤੇ ਕਰਦੇ ਆ ਉਹ ਵੀ ਇੱਕ ਸ਼ਿੰਗਾਰ ਹੈ। ਕਹਿੰਦੇ ਇਹ ਸਾਰੇ ਦੇ ਸਾਰੇ ਹੀ ਦੇਹੀ ਦੇ ਸਮੇਤ ਨਾਸ਼ਵੰਤ ਨੇ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਜਿਹੜੀਆਂ ਜੀਵ ਇਸਤਰੀਆਂ ਕੰਤ ਤੋਂ ਬਿਣਾ ਨੇ, ਪਤੀ ਤੋਂ ਪਰਮੇਸ਼ਵਰ ਦੇ ਨਾਮ ਤੋਂ ਬਿਣਾ ਨੇ। ਮੀਤ ਸੱਜਣ ਸਭ ਜਾਮ, ਆ ਜਿਹੜੇ ਮਿੱਤਰ ਤੇ ਸੱਜਣ ਨੇ ਨਾ, ਇਹ ਇੱਕ ਦਿਨ ਜੰਮ ਦਾ ਰੂਪ ਬਣ ਜਾਂਦੇ ਆ। ਇਹੀ ਇੱਕ ਦਿਨ ਦੁੱਖ ਦਾ ਕਾਰਨ ਬਣ ਜਾਂਦੇ ਨੇ, ਇਹੀ ਇੱਕ ਦਿਨ ਚਿੰਤਾ ਦਾ ਕਾਰਨ ਬਣ ਜਾਂਦੇ ਨੇ। ਜਿਹੜੀਆਂ ਜੀਵ ਇਸਤਰੀਆਂ ਪਤੀ ਤੋਂ ਪਰਮੇਸ਼ਵਰ ਤੋਂ ਬਿਨਾਂ ਨੇ, ਉਹਨਾਂ ਲਈ ਇਹ ਸੱਜਣ ਤੇ ਮਿੱਤਰ ਜੰਮ ਦਾ ਰੂਪ ਜਿਹੜਾ ਨਜ਼ਰ ਆਉਂਦੇ ਨੇ। ਭਾਵ ਉਹਨੂੰ ਆਤਮਿਕ ਤਲ ਤੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇਹ ਹਾਲਤ ਸਾਡੀ ਕੰਤ ਪਰਮੇਸ਼ਵਰ ਵਾਹਿਗੁਰੂ ਜੀ ਤੁਹਾਡੇ ਮਿਲਾਪ ਤੋਂ ਬਿਨਾਂ, ਤੁਹਾਡੇ ਨਾਮ ਤੋਂ ਬਿਨਾਂ ਸਾਡੀ ਇਹ ਹਾਲਤ ਹੋਈ ਪਈ ਹੈ। ਨਾਨਕ ਕੀ ਬੇਨੰਤੀ ਆ, ਕਰ ਕਿਰਪਾ ਦੀਜੈ ਨਾਮ। ਹਰ ਮਿਲਹੁ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਧਿਆਨ ਰੱਖੋ, ਫਿਰ ਇੱਕ ਵਾਰ ਬੇਨਤੀ ਕਰ ਦਵਾਂ। ਜਿਵੇਂ ਤੁਸੀਂ 31 ਦਸੰਬਰ ਦੀ ਰਾਤ ਨੂੰ ਬੇਨਤੀਆਂ ਸ਼ੁਰੂ ਕਰ ਦਿੰਦੇ ਹੋ ਨਾ, ਵੀ ਸਾਡੇ ਲਈ ਆਉਣ ਵਾਲਾ ਸਾਲ ਵਧੀਆ ਸੋਹਣਾ ਖੁਸ਼ਹਾਲ ਬਣ ਕੇ ਆਵੇ। 1 ਜਨਵਰੀ ਦੀ ਸਵੇਰ ਹੁੰਦਿਆਂ ਹੀ ਸਾਰੇ ਹਰ ਪ੍ਰਾਣੀ ਬੇਨਤੀਆਂ ਸ਼ੁਰੂ ਕਰ ਦਿੰਦਾ ਹੈ, ਸਾਡਾ ਸਾਲ ਵਧੀਆ ਲੰਘੇ, ਖੁਸ਼ੀਆਂ ਸਾਡੇ ਆਉਣ। ਤੇ ਮਹਾਰਾਜ ਜੀ ਕਹਿੰਦੇ ਅੱਜ ਜਿਹੜਾ ਸੰਮਤ ਸ਼ੁਰੂ ਹੋਇਆ ਨਾ, ਅੱਜ ਵੀ ਇੱਕ ਸਾਡੇ ਵਾਸਤੇ ਇੱਕ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਹੋਈ ਹੈ। ਤੇ ਉੱਥੇ ਅਰਦਾਸ ਆਪਾਂ ਸੰਸਾਰੀ ਕਰਦੇ ਹਾਂ 1 ਜਨਵਰੀ ਨੂੰ, ਪਰ ਜਿਹੜਾ ਅੱਜ ਸ਼ੁਰੂ ਹੋਇਆ, ਅੱਜ ਤੁਸੀਂ ਅਰਦਾਸ ਆਹ ਵਾਲੀ ਕਰਨੀ ਹੈ। ਸਾਡੇ ਅੰਦਰ ਇਹ ਚਾਉ ਹੋਣਾ ਚਾਹੀਦਾ ਸੀ, ਅੱਜ ਸਾਡੇ ਅੰਦਰ ਆਹ ਚਾਉ ਹੋਵੇ ਕਿ ਆਹ ਬੇਨਤੀਆਂ ਕਰਨੀਆਂ ਨੇ, ਤਾਂ ਕਿ ਆਗੈ ਸੁਖ ਮੇਰੇ ਮੀਤਾ ਵਾਲੀ ਖੇਡ ਬਣ ਜਾਏ। ਆਉਣ ਵਾਲੇ ਸਮੇਂ ਦੇ ਵਿੱਚ ਖੁਸ਼ੀਆਂ ਸਾਡੇ ਜੀਵਨ ਦੇ ਅੰਦਰ ਵਰਤਣ। ਸਾਹਿਬ ਕਹਿੰਦੇ ਆ ਅਰਦਾਸ ਕਰ, ਨਾਨਕ ਕੀ ਬੇਨੰਤੀਆਂ, ਕਰ ਕਿਰਪਾ ਦੀਜੈ ਨਾਮ। ਵਾਹਿਗੁਰੂ ਜੀ, ਅੱਜ ਮੈਂ ਮੰਗਣ ਨੂੰ ਤੇ ਬਹੁਤ ਕੁਛ ਹੈ, ਮੰਗਣਾ ਬਾਹਰ ਦਾ ਤੇ ਮੁੱਕਣਾ ਹੀ ਕੋਈ ਨਹੀਂ ਹੈ, ਪਰ ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਅੱਜ ਮੈਂ ਆ ਮੰਗਣ ਆਇਆ, ਮੇਰੀ ਬੇਨਤੀ ਨੂੰ ਸਵੀਕਾਰ ਕਰ ਲਓ। ਕਰ ਕਿਰਪਾ ਦੀਜੈ ਨਾਮ, ਤੁਸੀਂ ਕਿਰਪਾ ਕਰਕੇ ਮੈਨੂੰ ਨਾਮ ਦੀ ਬਖਸ਼ਿਸ਼ ਦੇ ਦਿਓ। ਹਰ ਮੇਲੋ ਸੁਆਮੀ ਸੰਗ ਪ੍ਰਭ, ਇਹ ਵਾਹਿਗੁਰੂ ਜੀ ਕਿਤੇ ਪ੍ਰਭੂ ਨਾਲ ਮਿਲਾਪ ਹੋ ਜਾਏ, ਪ੍ਰਭੂ ਕਿਤੇ ਸੰਗੀ ਬਣ ਜਾਏ। ਉਹ ਪ੍ਰਭੂ ਜਿਸ ਕਾ ਨਿਹਚਲ ਧਾਮ, ਜਿਹਦਾ ਧਾਮ ਨਿਹਚਲ ਹੈ, ਜਿਸ ਦਾ ਘਰ ਕਦੇ ਵੀ ਨਾਸ਼ ਹੋਣ ਵਾਲਾ ਨਹੀਂ ਹੈ, ਜੋ ਹਰ ਪੱਖ ਦੇ ਵਿੱਚ ਪੂਰਾ ਹੈ, ਕਦੇ ਵੀ ਅਧੂਰਾ ਹੋਣ ਵਾਲਾ ਨਹੀਂ ਹੈ। ਅਬਨਾਸ਼ੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ ਵਿਰਲਾ ਪਾਵੇ ਕੋਈ। ਕਹਿਣ ਲੱਗੇ ਉਹ ਜਿਹਦਾ ਧਾਮ ਨਿਹਚਲ, ਧਾਮ ਮੈਨੇ ਘਰ, ਜਿਹਦਾ ਘਰ ਕਦੇ ਵੀ ਕਹਿੰਦੇ ਆ ਨਾਸ਼ ਨਹੀਂ ਹੁੰਦਾ ਹੈ, ਉਹ ਪੱਕਾ ਘਰ। ਅਸੀਂ ਤਾਂ ਕੱਚੇ ਘਰ ਵਿੱਚ ਰਹਿ ਰਹੇ ਹਾਂ ਨਾ, ਆ ਸਰੀਰ ਵੀ ਜਿਹੜਾ ਘਰ ਹੈ ਕੱਚਾ ਹੈ, ਪਰ ਜਿਸ ਮਾਲਕ ਲਈ ਦੇ ਅੱਗੇ ਬੇਨਤੀ ਹੈ ਉਹਦਾ ਘਰ ਪੱਕਾ ਹੈ, ਉਹ ਕਦੇ ਵੀ ਨਾਸ਼ ਹੋਣ ਵਾਲਾ ਨਹੀਂ। ਹੇ ਦਾਤਾ ਜੀ, ਤੁਹਾਡੇ ਅੱਗੇ ਬੇਨਤੀ ਹੈ ਕਿ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ੋ, ਤਾਂ ਕਿ ਸਾਡਾ ਜੀਵਨ ਕੁਮਲਾਇਆ ਪਿਆ ਹੈ, ਚਿੰਤਾ ਨਾਲ ਭਰਿਆ ਪਿਆ ਹੈ, ਸਾਡਾ ਦਿਨ ਰਾਤ ਡਿਪਰੈਸ਼ਨ ਦੇ ਵਿੱਚ ਲੰਘ ਰਿਹਾ ਹੈ। ਸਾਨੂੰ ਅੰਦਰ ਜਿਵੇਂ ਲੱਕੜ ਨੂੰ ਕੀੜਾ ਲੱਗ ਜਾਏ,
ਉਹ ਅੰਦਰੋਂ ਹੀ ਅੰਦਰ ਲੱਕੜ ਨੂੰ ਖਾ ਜਾਂਦਾ ਹੈ ਕੀੜਾ। ਸਾਨੂੰ ਵੀ ਅੰਦਰ ਕਈ ਐਸੇ ਭਿਆਨਕ ਰੋਗ ਵਿਕਾਰਾਂ ਦੇ ਲੱਗ ਚੁੱਕੇ ਨੇ। ਅਸੀਂ ਅੰਦਰੋਂ ਖੋਖਲੇ ਹੋ ਚੁੱਕੇ ਹਾਂ, ਕੁਮਲਾ ਚੁੱਕੇ ਹਾਂ। ਸਾਡੀ ਜ਼ਿੰਦਗੀ ਚਿੰਤਾ ਤੋਂ ਦਿਨ ਸ਼ੁਰੂ ਹੁੰਦਾ ਹੈ, ਚਿੰਤਾ ਤੇ ਆ ਕੇ ਮੁੱਕਦਾ ਹੈ। ਚਿੰਤਾ ਵਿੱਚ ਹੀ ਰਾਤ ਸ਼ੁਰੂ ਹੁੰਦੀ ਹੈ ਤੇ ਚਿੰਤਾ ਵਿੱਚ ਹੀ ਮੁੱਕਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸੋਏ ਅਚਿੰਤਾ ਜਾਗ ਅਚਿੰਤਾ। ਅਸੀਂ ਸੌਂਦਿਆਂ ਵੀ ਅਚਿੰਤ, ਜਾਗਦਿਆਂ ਵੀ ਅਚਿੰਤ ਹੋਣਾ ਚਾਹੁੰਦੇ ਹਾਂ। ਇਸ ਲਈ ਸਾਡੇ ਤੇ ਨਾਮ ਦੀ ਬਖਸ਼ਿਸ਼ ਕਰੋ। ਮਹਾਰਾਜ ਜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਜਦੋਂ ਆਹ ਬੇਨਤੀ ਅਸੀਂ ਕਰਾਂਗੇ ਤੇ ਫਿਰ ਅੱਗੋਂ ਗੁਰੂ ਮਹਾਰਾਜ ਕਹਿੰਦੇ ਨੇ ਤੂੰ ਇੱਕ ਕੰਮ ਕਰ, ਤੂੰ ਇਹ ਕੰਮ ਕਰੇਂਗਾ ਤੇ ਤੇਰੇ ਜੀਵਨ ਦੇ ਵਿੱਚ ਇਹ ਵਿਛੋੜਾ ਮਿਲਾਪ ਵਿੱਚ ਬਦਲੇਗਾ, ਦੁੱਖ ਸੁੱਖ ਵਿੱਚ ਬਦਲੇਗਾ। ਤੇਰਾ ਅੰਦਰ ਕੁਮਲਾਇਆ ਪਿਆ ਅੰਦਰ ਰੋਮ ਰੋਮ ਤੇਰਾ ਖਿੜ ਜਾਏਗਾ। ਬਸ ਇੱਕ ਕੰਮ ਕਰ, ਜਿਹਨੂੰ ਤੂੰ ਵਿਸਾਰ ਕੇ ਬੈਠਾ ਹੈ, ਜਿਹਨੂੰ ਤੂੰ ਭੁਲਾ ਕੇ ਬੈਠਾ ਹੈ, ਤੂੰ ਉਹਨੂੰ ਚੇਤੇ ਕਰੇਂਗਾ ਤਾਂ ਗੱਲ। ਕਿਉਂਕਿ ਕੁਮਲਾਏ ਕਿਉਂ ਆ? ਇਹ ਭਿਆਨਕ ਰੋਗ ਸਾਡੇ ਮਾਨਸਿਕ ਤਲ ਤੇ ਕਿਉਂ ਲੱਗ ਗਏ ਨੇ? ਮਹਾਰਾਜ ਨੇ ਆਖਿਆ ਸੀ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਤੈਨੂੰ ਪਰਮੇਸ਼ਰ ਭੁੱਲ ਗਿਆ ਔਰ ਭੁੱਲਣ ਕਰਕੇ ਤੇਰੀ ਇਹ ਹਾਲਤ ਹੋ ਗਈ ਆ। ਫਿਰ ਗੁਰੂ ਸਾਹਿਬ ਜੀ ਨੇ ਅੱਜ ਜਿਹੜਾ ਇਹ ਦਿਨ ਸ਼ੁਰੂ ਹੁੰਦਾ ਹੈ 12 ਮਾਹਾਂ ਦੇ ਮੁਤਾਬਕ, ਜਿਹੜੇ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਚੇਤ। ਆ ਜਿਹੜੇ ਚੇਤ ਵਿਸਾਖ ਜੇਠ ਹਾੜ ਦਾ ਮਹੀਨਾ ਅਗਾਂਹ ਸ਼ੁਰੂ ਹੋਣੇ ਆ। ਅੱਜ ਪਹਿਲੀ ਸ਼ੁਰੂਆਤ ਹੈ ਚੇਤ ਦੀ। ਤੇ ਮਹਾਰਾਜ ਸਾਨੂੰ ਸਮਝਾਉਂਦੇ ਨੇ ਜਾਂ ਕਹਿ ਲਓ ਕਿ ਲੈਸਨ ਦਿੰਦੇ ਆ ਕਿ ਜੇ ਤੂੰ ਆਨੰਦਮਈ ਜੀਵਨ ਬਣਾਉਣਾ ਚਾਹੁੰਦਾ ਹੈ ਤੇ ਫਿਰ ਆਹ ਕਰਮ ਜਿਹੜਾ ਉਹ ਕਰਿਆ ਕਰ। ਚੇਤ ਗੋਵਿੰਦ ਆਰਾਧੀਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਅਸੀਂ ਆਖਿਆ ਸੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਸਾਡੀ ਹਾਲਤ ਉਸ ਗਊ ਦੇ ਵਾਂਗ ਹੋ ਗਈ ਹੈ। ਸਾਡੀ ਹਾਲਤ ਉਸ ਕੁਮਲਾਈ ਹੋਈ ਫਸਲ ਦੀ ਤਰ੍ਹਾਂ ਹੋ ਗਈ ਹੈ। ਸਾਡੀ ਹਾਲਤ ਇੱਕ ਜੀਵ ਇਸਤਰੀ ਜਿਹੜੀ ਹੈ ਉਹ ਪਤੀ ਤੋਂ ਬਿਨਾਂ ਕਿਸ ਤਰ੍ਹਾਂ ਦੁੱਖ ਝੱਲਦੀ ਹੈ, ਉਹ ਹਾਲਤ ਹੋਈ ਪਈ ਹੈ। ਤੇ ਮਹਾਰਾਜ ਕਹਿੰਦੇ ਫਿਰ ਇੱਕ ਕੰਮ ਕਰ, ਚੇਤ ਤੱਤੇ ਨੂੰ ਸਿਹਾਰੀ ਚੇਤ ਵਿੱਚ ਆ ਜਿਹੜੀ ਸ਼ੁਰੂਆਤ ਹੋਈ ਹੈ ਨਾ ਇਹਨਾਂ ਦਿਨਾਂ ਦੇ ਵਿੱਚ ਗੋਬਿੰਦ ਆਰਾਧੀ ਹੈ। ਤੂੰ ਉਹਦੀ ਆਰਾਧਨਾ ਕਰ ਜਿਹੜਾ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ। ਤੂੰ ਉਹਦੀ ਆਰਾਧਨਾ ਕਰ ਜਿਹੜਾ ਸਾਰੀ ਦੁਨੀਆ ਦਾ ਮਾਲਕ ਹੈ। ਜੇ ਤੂੰ ਉਹਦੀ ਆਰਾਧਨਾ ਕਰੇਗਾ, ਹੁਣ ਅੱਗੇ ਵੀ ਜ਼ਿਕਰ ਕੀਤਾ ਹੋਇਆ ਹੈ ਨਿਤਨੇਮ ਸਾਡਾ ਕੁਝ ਸਮੇਂ ਲਈ ਹੁੰਦਾ ਹੈ। ਕੋਈ ਵੀ ਸੰਗਤ ਜਿਹੜੀ ਕਰ ਰਹੇ ਹਾਂ ਇਹ ਕੁਝ ਸਮੇਂ ਲਈ ਕਰ ਰਹੇ ਹਾਂ। ਜਿੰਨਾ ਜਿੰਨਾ ਸਾਡੇ ਕੋਲ ਟਾਈਮ ਹੈ, ਸਮਾਂ ਹੈ, ਸੰਗਤ ਕਰਾਂਗੇ ਤੇ ਚਲੇ ਜਾਾਂਗੇ। ਪਰ ਆਰਾਧਨਾ ਜਿਹੜੀ ਹੁੰਦੀ ਹੈ ਨਾ ਉਹ ਦਿਨ ਰਾਤ ਦੀ ਹੁੰਦੀ ਹੈ। ਮਹਾਰਾਜ ਦਾ ਮਤਲਬ ਹੈ ਵੀ ਤੂੰ ਦਿਨ ਹੋਵੇ ਰਾਤ ਹੋਵੇ, ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ, ਤੇਰੇ ਅੰਦਰ ਹਰ ਵੇਲੇ ਉਹ ਚੇਤੇ ਰਹਿਣਾ ਚਾਹੀਦਾ ਹੈ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ। ਉਹ ਨਿਸ ਦਿਨ ਨੂੰ ਆਰਾਧਨਾ ਕਹਿੰਦੇ ਆ। ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਆਉਦ ਵਿਹਾਤ ਹੈ ਫੂਟੇ ਘਟ ਜਿਉ ਪਾਨੀ। ਆਰਾਧਨਾ ਕਰ ਉਹਦੀ ਜੇ ਆਨੰਦ ਲੈਣਾ ਚਾਹੁੰਦਾ ਹੈ, ਜੇ ਆਨੰਦਮਈ ਜੀਵਨ ਜਿਉਣਾ ਚਾਹੁੰਦਾ ਹੈ, ਜੇ ਦੁੱਖ ਸੁੱਖ ਤੋਂ ਨਿਆਰਾ ਹੋਣਾ ਚਾਹੁੰਦਾ ਹੈ ਤੇ ਮਹਾਰਾਜ ਕਹਿੰਦੇ ਆਰਾਧਨਾ ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ। ਇਸ ਲਈ ਸਾਹਿਬ ਜੀ ਕਹਿੰਦੇ ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਣਾ। ਅਸੀਂ ਤੇ ਕਹਿੰਦੇ ਥੋੜਾ ਜਿਹਾ ਹੀ ਸੁੱਖ ਮਿਲ ਜਾਏ ਤੇ ਮਹਾਰਾਜ ਕਹਿੰਦੇ ਘਣਾ ਆਨੰਦ ਮਿਲੇਗਾ। ਘਣਾ ਦਾ ਮਤਲਬ ਬਹੁਤਾ, ਜਿਹਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਇੰਨਾ ਆਨੰਦ ਮਿਲੇਗਾ ਤੇਰੇ ਜੀਵਨ ਵਿੱਚ ਤੈਨੂੰ ਜੇ ਤੂੰ ਉਸ ਗੋਬਿੰਦ ਦੀ ਆਰਾਧਨਾ ਕਰਨ ਲੱਗ ਜਾਏ। ਤੇ ਇਹ ਕਿਸ ਤਰ੍ਹਾਂ ਹੋਏਗਾ? ਸੰਤ ਜਨਾ ਮਿਲ ਪਾਈਐ। ਆ ਗੁਰਮੁਖਾਂ ਨੂੰ ਮਿਲ ਕੇ, ਮਿਲ ਦੇ ਲੱਲੇ ਨੂੰ ਸਿਹਾਰੀ ਮਿਲ ਕੇ, ਗੁਰਮੁਖ ਜਨਾਂ ਨੂੰ ਮਿਲ ਕੇ ਰਸਨਾ ਨਾਮ
ਭਣਾ ਆਪਣੀ ਰਸਨਾ ਤੋਂ ਉਹਦਾ ਨਾਮ ਜਪਿਆ ਕਰ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਗੁਰਮੁਖਾਂ ਦੀ ਸੰਗਤ ਨੂੰ ਮਿਲ ਕੇ ਉਹਦਾ ਨਾਮ ਆਪਣੀ ਰਸਨਾ ਤੋਂ ਜਪਿਆ ਕਰ। ਫਿਰ ਇੱਕ ਦਿਨ ਤੇਰੇ ਅੰਦਰ ਆਰਾਧਨਾ ਹੋਵੇਗੀ, ਹੋਵੇ ਆਨੰਦ ਘਣਾ ਵਾਲਾ ਜੀਵਨ ਬਣ ਜਾਵੇਗਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸਹਿ ਗਣਾ। ਇਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਦੁਨੀਆ ਦੇ ਵਿੱਚ ਅਸੀਂ ਸਾਰੇ ਹੀ ਆ ਰਹੇ ਹਾਂ। ਅੱਜ ਅਰਬਾਂ ਖਰਬਾਂ ਦੀ ਜਿਹੜੀ ਆ ਉਹ ਗਿਣਤੀ ਹੈ। ਅਸੀਂ ਸਾਰੇ ਹੀ ਆ ਰਹੇ ਹਾਂ, ਪਰ ਮਹਾਰਾਜ ਜੀ ਕਹਿੰਦੇ ਆ ਜਿਨ੍ਹਾਂ ਦਾ ਜਿਹੜੇ ਆ ਰਹੇ ਨੇ ਨਾ, ਇਹਨਾਂ ਵਿੱਚੋਂ ਚੰਦ ਹੀ ਐਸੇ ਨੇ ਜਿਹੜੇ ਗਿਣਤੀ ਦੇ ਨੇ, ਬਾਕੀ ਤਾਂ ਗਿਣਤੀ ਵਿੱਚ ਹੀ ਨਹੀਂ। ਕਿਉਂਕਿ ਆ ਰਹੇ ਹਾਂ, ਜਾ ਰਹੇ ਹਾਂ, ਜੰਮ ਰਹੇ ਹਾਂ, ਮਰ ਰਹੇ ਹਾਂ, ਇਹ ਆਵਾਗਮਨ ਬਣਿਆ ਪਿਆ ਸਾਡਾ। ਪਰ ਗਿਣਤੀ ਵਿੱਚ ਉਹ ਆਉਣਗੇ ਜਿਹੜੇ ਜਨਮ ਸਵਾਰ ਕੇ ਜਾਣਗੇ, ਉਹ ਗਿਣਤੀ ਵਿੱਚ ਆਉਣਗੇ, ਪਰ ਉਹ ਵਿਰਲੇ ਵਿਰਲੇ ਨੇ। ਕੋਟਨ ਮੈਂ ਨਾਨਕ ਕਉ ਨਾਰਾਇਣ ਜੈ ਚੀਤ। ਉਹ ਗੁਰਮੁਖ ਜਨਮ ਸਵਾਰ ਵਾਲੇ ਤਾਂ ਜਿਹੜੇ ਨੇ ਵਿਰਲੇ ਨੇ, ਉਹ ਗਿਣਤੀ ਵਿੱਚ ਨੇ, ਬਾਕੀ ਕਿਸੇ ਗਿਣਤੀ ਵਿੱਚ ਨਹੀਂ। ਕਿਉਂਕਿ ਅਸੀਂ ਜਿੱਤ ਕੇ ਨਹੀਂ ਨਾ ਜਾ ਰਹੇ, ਅਸੀਂ ਆਪਣੀ ਜ਼ਿੰਦਗੀ ਦੀ ਬਾਜੀ ਨੂੰ ਹਾਰ ਕੇ ਜਾ ਰਹੇ ਹਾਂ। ਇਸ ਲਈ ਮਹਾਰਾਜ ਨੇ ਆਖਿਆ, ਸਾਹਿਬ ਜੀ ਕਹਿਣ ਲੱਗੇ, ਧਿਆਨ ਰੱਖ ਜਿਨ ਪਾਇਆ ਪ੍ਰਭ ਆਪਣਾ। ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਜੀਵਨ ਦੇ ਵਿੱਚ ਰਹਿੰਦਿਆਂ ਪਾ ਲਿਆ, ਆਏ ਤਿਸਹਿ ਗਣਾ। ਗਣਾ ਮੈਨੇ ਕੀ ਹੁੰਦਾ? ਗਣਿਤ। ਗਣਿਤ ਦਾ ਮਤਲਬ ਗਿਣਤੀ। ਕਹਿੰਦੇ ਉਹ ਗਿਣਤੀ ਵਿੱਚ ਆਉਂਦੇ ਆ ਜਿਹੜੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਜਿਹਨੇ ਜੀਵਦਿਆਂ ਜੀਵਨ ਵਿੱਚ ਰਹਿੰਦਿਆਂ ਪਰਮੇਸ਼ਵਰ ਨੂੰ ਪਾ ਲਿਆ, ਉਹਨਾਂ ਦਾ ਆਇਆ ਹੀ ਗਿਣਿਆ ਜਾਂਦਾ ਹੈ। ਕਿਉਂਕਿ ਉਹਨਾਂ ਦੀ ਅਵਸਥਾ ਇਹ ਹੁੰਦੀ ਹੈ, ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਹੇ ਵਾਹਿਗੁਰੂ ਜੀ, ਇੱਕ ਖਿਨ ਵੀ ਹੁਣ ਤੇਰੇ ਤੋਂ ਬਿਨਾਂ ਰਹਿਣਾ ਔਖਾ ਹੈ। ਇੱਕ ਸਮਾਂ ਐਸਾ ਸੀ ਕਿ 20 ਸਾਲ ਐਵੇਂ ਹੀ ਲੰਘ ਗਏ, ਉਹ ਗਿਣਤੀ ਵਿੱਚ ਥੋੜੀ ਆਉਣੇ ਆ। 50 ਸਾਲ ਐਵੇਂ ਹੀ ਲੰਘ ਗਏ, ਉਹ ਗਿਣਤੀ ਵਿੱਚ ਥੋੜੀ ਆਉਣੇ ਆ। ਜਿਹੜੇ ਸਮੇਂ ਅਸੀਂ ਨਾਮ ਦਾ ਅਭਿਆਸ ਸ਼ੁਰੂ ਕੀਤਾ, ਜਿਹੜੇ ਸਮੇਂ ਸੰਗਤ ਸ਼ੁਰੂ ਕੀਤੀ, ਇਹ ਗਿਣਤੀ ਵਿੱਚ ਆਉਣੇ ਆ। ਸਮਾਂ ਨੇੜੇ ਲੱਗ ਚੁੱਕਾ ਹੈ, ਪਰ ਇੱਕ ਵਿਚਾਰ ਤੁਹਾਡੇ ਨਾਲ ਸਾਂਝੀ ਕਰਕੇ ਚੱਲਾ ਸੌਖਾ ਹੋ ਜਾਏਗਾ। ਇੱਕ ਨਾ ਕੋਈ ਰੱਬ ਦਾ ਪਿਆਰਾ ਕਿਸੇ ਦੇ ਘਰ ਆ ਗਿਆ, ਬਹੁਤ ਸਮੇਂ ਪਹਿਲਾਂ ਇੱਥੇ ਹੀ ਆਪ ਜੀ ਨਾਲ ਸਾਂਝ ਪਾਈ ਸੀ, ਬੜੇ ਸਾਲ ਪਹਿਲਾਂ। ਇੱਕ ਰੱਬ ਦਾ ਪਿਆਰਾ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਆ ਗਿਆ। ਉਹਦੇ ਘਰ ਵਿੱਚ ਉਹਨਾਂ ਦੀ ਜਿਹੜੀ ਨੂੰਹ ਰਾਣੀ ਸੀ ਨਾ, ਉਹਨਾਂ ਨੇ ਪ੍ਰਸ਼ਾਦਾ ਛਕਾਇਆ ਤੇ ਉਹਨਾਂ ਆਖਿਆ ਵੀ ਧੀਏ ਤੈਨੂੰ ਕੁਝ ਸਵਾਲ ਕਰਨਾ, ਜਵਾਬ ਦੇਂਗੀ? ਉਹਨੇ ਆਖਿਆ ਹਾਂਜੀ ਦਿਆਂਗੀ, ਤੁਸੀਂ ਸਵਾਲ ਕਰੋ। ਕਹਿਣ ਲੱਗੇ ਤੇਰੀ ਉਮਰ ਕਿੰਨੀ ਹੈ? ਕਹਿਣ ਲੱਗੇ ਮੇਰੀ ਉਮਰ ਹੈ 30 ਸਾਲ। ਕਹਿੰਦੇ ਤੇਰੇ ਪਤੀ ਦੀ ਉਮਰ ਕਿੰਨੀ ਹੈ? ਕਹਿਣ ਲੱਗੇ ਮੇਰੇ ਪਤੀ ਦੀ ਉਮਰ ਹੈ 5 ਸਾਲ। ਸੱਸ ਕੋਲ ਖੜੀ ਸੀ, ਉਹਨੇ ਆਖਿਆ ਵੀ ਇਹ ਕੀ, ਪਤੀ 5 ਸਾਲਾਂ ਦਾ, ਆਪ 30 ਸਾਲਾਂ ਦੀ। ਹੁਣ ਉਹ ਰਮਜ ਸੀ ਨਾ, ਰਮਜ ਵਾਲੇ ਹੀ ਰਮਜਾਂ ਨੂੰ ਸਮਝਦੇ ਆ। ਉਹਨੇ ਆਖਿਆ ਵੀ ਚੱਲ ਇਹ ਦੱਸ ਤੇਰੀ ਸੱਸ ਦੀ ਉਮਰ ਕਿੰਨੀ ਕੁ ਹੈ? ਕਹਿੰਦੇ ਮਸਾਂ ਕੁ 2 ਮਹੀਨਿਆਂ ਦੀ ਆ। ਉਹਨੂੰ ਹੋਰ ਵੱਟ ਚੜ ਗਿਆ ਵੀ ਇਹ ਜਵਾਬ ਕਿੱਦਾਂ ਦੇ ਦਿੱਤੇ ਆ। ਕਹਿਣ ਲੱਗੇ ਫਿਰ ਇਹ ਦੱਸ ਤੇਰੇ ਸਹੁਰੇ ਦੀ ਉਮਰ? ਕਹਿੰਦੇ ਉਹ ਜੰਮਿਆ ਹੀ ਨਹੀਂ ਅਜੇ। ਬੜੀ ਹੈਰਾਨੀ ਹੋਈ। ਉਸ ਰੱਬ ਦੇ ਪਿਆਰੇ ਨੇ ਅਸੀਸ ਦਿੱਤੀ, ਜਿਵੇਂ ਅਸੀਸਾਂ ਨੇ ਕਿ ਤੈਨੂੰ ਪਰਮੇਸ਼ਵਰ ਸਦਾ ਚੇਤੇ ਰਵੇ, ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ, ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਘਰ ਵਿੱਚ ਰਾਤ ਜਦੋਂ ਕੰਮ ਕਾਜ ਤੋਂ ਵਿਹਲਾ ਹੋ ਕੇ ਸਹੁਰਾ ਪਿਤਾ ਆਇਆ ਤੇ ਉਸੇ ਵੇਲੇ ਸਾਸੂ ਮਾਂ ਕਹਿਣ ਲੱਗੀ ਇਹਨੂੰ ਬੁਲਾਓ ਆਪਣੀ ਧੀ ਰਾਣੀ ਨੂੰ, ਇਹਨੂੰ ਪੁੱਛੋ ਅੱਜ ਇਹਨੇ ਜਵਾਬ ਕੀ ਦਿੱਤਾ ਹੈ ਤੁਹਾਨੂੰ। ਤੇ ਇਹਨੇ ਆਖਿਆ ਜੰਮੇ ਹੀ ਕੋਈ ਨਹੀਂ, ਤੁਹਾਡੀ 50-60 ਸਾਲ ਦੀ ਉਮਰ ਹੋ ਗਈ ਹੈ ਤੇ ਇਹਦੇ ਭਾ ਤੁਸੀਂ ਹਜੇ ਜੰਮੇ ਹੀ ਕੋਈ ਨਹੀਂ ਹੋ। ਤੇ ਮੈਨੂੰ ਇਹਨੇ ਦੱਸਿਆ ਹੀ 2 ਕੁ ਮਹੀਨਿਆਂ ਦਾ ਹੈ। ਕਹਿਣ ਲੱਗੇ ਧੀਏ ਦੱਸ ਕੀ ਹੋਇਆ? ਕਹਿੰਦੇ ਘਰ ਵਿੱਚ ਕੋਈ ਰੱਬ ਦਾ ਪਿਆਰਾ ਆਇਆ ਸੀ, ਉਹਨੇ ਪੁੱਛਿਆ
ਕਹਿੰਦੇ ਮੈਂ ਜਵਾਬ ਦਿੱਤਾ। ਕੀ ਜਵਾਬ ਦਿੱਤਾ? ਕਹਿਣ ਲੱਗੇ ਨੇ ਮੈਂ ਜਿਸ ਦਿਨ ਜੰਮੀ ਸਾਂ ਨਾ, ਤੇ ਜਨਮ ਤੋਂ ਹੁਣ ਤੱਕ ਮੈਂ 30 ਸਾਲ ਤਾਂ ਗਿਣਿਆ ਕਿਉਂਕਿ ਜਨਮ ਹੁੰਦਿਆਂ ਹੀ ਮੇਰੇ ਕੰਨਾਂ ਦੇ ਵਿੱਚ ਮੇਰੇ ਪਿਤਾ ਜੀ ਮਾਤਾ ਜੀ ਨੇ ਪਰਮਾਤਮਾ ਦਾ ਨਾਮ ਪਾ ਦਿੱਤਾ ਸੀ। ਉਹ ਐਸਾ ਕੰਨਾਂ ਵਿੱਚ ਨਾਮ ਪਾਇਆ, ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ। ਉਹ ਦਿਨ ਰਾਤ ਅੰਦਰ ਚੱਲਦਾ ਪਿਆ ਨਾਮ। ਕਹਿੰਦੇ ਫਿਰ ਜਦੋਂ ਮੈਂ ਵਿਆਹ ਕੇ ਇਸ ਘਰ ਆਈ ਸਾਂ ਤੇ ਇੱਥੇ ਕੋਈ ਰੱਬ ਦਾ ਨਾਂ ਹੀ ਨਹੀਂ ਸੀ ਲੈਂਦਾ। ਫਿਰ ਮੈਂ ਆਪਣੇ ਪਤੀ ਨੂੰ ਸਮਝਾਇਆ, ਸਮਝਾਉਂਦਿਆਂ ਸਮਾਂ ਲੱਗਾ ਤੇ ਕਹਿੰਦੇ ਨੇ ਤਾਂ ਜਾ ਕੇ ਹੁਣ ਜਦੋਂ ਦੀ ਮੈਂ ਵਿਆਹ ਕੇ ਆਈ ਆ, ਕਹਿੰਦੇ ਲੱਗੇ ਮੈਂ ਤਾਂ ਹੁਣ 5 ਸਾਲਾਂ ਤੋਂ ਉਹ ਜੁੜਿਆ, ਤੇ ਜਦੋਂ ਤੋਂ ਉਹ ਜੁੜਿਆ ਮੈਂ ਉਹਦੀ ਉਮਰ ਉਦੋਂ ਤੋਂ ਦੱਸੀ ਹੈ ਕਿ ਉਹ 5 ਸਾਲਾਂ ਦਾ ਹੈ, ਕਿਉਂਕਿ ਕਮਾਈ ਨਾਮ ਦੀ 5 ਸਾਲਾਂ ਤੋਂ ਕੀਤੀ ਹੈ। ਕਹਿੰਦੇ ਫਿਰ ਮੈਂ ਆ ਸਾਸੂ ਮਾਂ, ਮੈਂ ਆਪਣੀ ਮਾਤਾ ਜੀ ਨੂੰ ਸਮਝਾਇਆ ਕਿ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। 2 ਕੁ ਮਹੀਨੇ ਹੋਏ ਨੇ ਯਤਨ ਇਹਨਾਂ ਨੇ ਵੀ ਸ਼ੁਰੂ ਕੀਤਾ ਹੈ, ਤੇ ਮੇਰੇ ਮੁਤਾਬਕ ਇਹਨਾਂ ਦਾ ਜਨਮ ਹੀ 2 ਮਹੀਨੇ। ਜਿਵੇਂ ਆਪਾਂ ਖੰਡੇ ਦੀ ਪੌਲ ਲੈਂਦੇ ਆ ਨਾ, ਤੇ ਜਦੋਂ ਲੈਂਦੇ ਆ ਕੀ ਕਹਿੰਦੇ ਆ? ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ। ਹੁਣ ਜਨਮ ਹੋਇਆ ਨੂੰ ਤੇ 50 ਸਾਲ ਹੋ ਗਏ, ਪਰ ਜਦੋਂ ਖੰਡੇ ਦੀ ਪੌਲ ਲਈ ਤੇ ਆਖਿਆ ਅੱਜ ਨਵਾਂ ਜਨਮ ਹੋਇਆ। ਜਿਸ ਦਿਨ ਤੁਸੀਂ ਨਾਮ ਨਾਲ ਜੁੜ ਕੇ, ਸੰਗਤ ਨਾਲ ਜੁੜ ਕੇ ਰਾਹ ਤੁਰੋਗੇ, ਉਸ ਦਿਨ ਨਵਾਂ ਜਨਮ ਹੈ ਸਾਡਾ। ਕਹਿਣ ਲੱਗੇ 2 ਕੁ ਮਹੀਨੇ ਤੋਂ ਇਹ ਸਮਾਂ ਬਣਿਆ, ਇਸ ਲਈ ਮੈਂ ਆਖਿਆ। ਕਹਿੰਦੇ ਫਿਰ ਤੁਹਾਡੇ ਲਈ ਤੇ ਇਹੀ ਆਖਿਆ ਵੀ ਤੁਸੀਂ ਜੰਮੇ ਹੀ ਕੋਈ ਨਹੀਂ। ਕਿਉਂ? ਸਵੇਰੇ ਉੱਠਦੇ ਹੋ, ਖਾ ਪੀ ਕੇ ਕੰਮ ਤੇ ਚਲੇ ਜਾਂਦੇ ਹੋ, ਰਾਤ ਨੂੰ ਆਉਂਦੇ ਹੋ, ਖਾ ਪੀ ਕੇ ਸੌਂ ਜਾਂਦੇ ਹੋ। ਮੈਂ ਤੇ ਕਦੇ ਤੁਹਾਨੂੰ ਰੱਬ ਦਾ ਨਾਮ ਲੈਂਦਿਆਂ ਹੀ ਨਹੀਂ ਵੇਖਿਆ। ਇਸ ਲਈ ਪਿਤਾ ਜੀ ਮਾਫ ਕਰਨਾ, ਮੈਂ ਤੇ ਇਹੀ ਆਖਿਆ ਸੀ ਵੀ ਇਸ ਰਾਹ ਉੱਤੇ ਹਜੇ ਉਹਨਾਂ ਦਾ ਜਨਮ ਨਹੀਂ ਹੋਇਆ। ਕਹਿੰਦੇ ਨੇ ਉਹਨੇ ਗੁੱਸਾ ਨਹੀਂ ਕੀਤਾ, ਸਗੋਂ ਅਸੀਸ ਦਿੱਤੀ ਵੀ ਜਿਵੇਂ ਤੇਰੇ ਵਰਗੀ ਧੀ ਜਿਸ ਘਰ ਦੇ ਵਿੱਚ ਹੋਏਗੀ, ਸੱਚ ਜਾਣਿਓ ਧਰਮ ਦੀ ਦੁਨੀਆ 'ਚ ਉਹਦਾ ਜਨਮ ਹੋਵੇਗਾ ਹੀ ਹੋਵੇਗਾ। ਅਸਲ ਵਿੱਚ ਇੱਥੇ ਕਹਿ ਰਹੇ ਆ, ਕਹਿਣ ਲੱਗੇ ਕਿ ਇੱਕ ਖਿੰਨ ਤਿਸ ਬਿਨ ਜੀਵਣਾ। ਇਸ ਤੋਂ ਪਹਿਲਾਂ ਤਾਂ ਜੀ ਰਹੇ ਸੀ, 20 ਸਾਲ 30 ਸਾਲ 40 ਸਾਲ ਐਵੇਂ ਹੀ ਲੰਘ ਗਏ, ਪਰ ਹੁਣ ਜਦੋਂ ਕਹਿੰਦੇ ਆ ਨਾਮ ਦੀ ਰੰਗਤ ਅੰਦਰ ਆ ਗਈ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਉਹਨਾਂ ਆਖਿਆ ਇੱਕ ਖਿੰਨ ਤਿਸ ਬਿਨ ਜੀਵਣਾ। ਜਿਹੜਾ ਬਿਰਥਾ ਜਾਣਾ ਸੀ ਚਲਾ ਗਿਆ, ਹੁਣ ਤੇਰੇ ਤੋਂ ਬਿਨਾ ਇੱਕ ਖਿੰਨ ਵੀ ਜਿਹੜਾ ਜੀਵਣਾ ਹੈ, ਬਿਰਥਾ ਜਨਮ ਜਣਾ। ਆ ਸਾਡਾ ਜਿਹੜਾ ਜਨਮ ਹੈ ਇਹ ਬੇਅਰਥ ਹੈ। ਹੁਣ ਤਾਂ ਆਖਾਂ ਜੀਵਾਂ ਵਿਸਰੈ ਮਰ ਜਾਓ। ਇਹ ਖੇਡ ਜਿਹੜੀਆਂ ਬਣ ਗਈ, ਜਿਨ੍ਹਾਂ ਨੇ ਪਿਆਰੇ ਵਾਹਿਗੁਰੂ ਜੀ ਦਾ ਨਾਮ ਪ੍ਰਾਪਤ ਕਰਕੇ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁਖ ਗਣਾ। ਮਹਾਰਾਜ ਜੀ ਕਹਿੰਦੇ ਜੋ ਜਲ ਵਿੱਚ ਥਲ ਵਿੱਚ ਮਹੀਲ, ਧਰਤੀ ਆਸਮਾਨ ਇਹ ਪਾਤਾਲ, ਹਰ ਇੱਕ ਦੇ ਵਿੱਚ ਪੂਰਾ ਹੈ, ਰਵਿਆ ਹੋਇਆ ਹੈ। ਵਣ ਜੰਗਲਾਂ ਦੇ ਕਣ ਕਣ ਦੇ ਵਿੱਚ ਰਵਿਆ ਹੋਇਆ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਉਹ ਰਵਿਆ ਨਾ ਹੋਵੇ। ਰਵਿਆ ਨੂੰ ਰਾਮ ਕਹਿੰਦੇ ਆ। ਰਵਿਆ ਹੋਇਆ, ਸਾਰਿਆਂ ਵਿੱਚ ਸਮਾਇਆ ਹੋਇਆ ਉਹ ਅਕਾਲ ਪੁਰਖ ਵਾਹਿਗੁਰੂ ਹੈ। ਪਰ ਸੋ ਪ੍ਰਭ ਚਿਤ ਨਾ ਆਵਈ, ਉਹ ਫਿਰ ਵੀ ਚੇਤੇ ਨਹੀਂ ਆ ਰਿਹਾ। ਹਰ ਥਾਂ ਤੇ ਵਸਦਾ ਹੈ, ਵਸਿਆ ਹੋਇਆ ਪਰਮੇਸ਼ਵਰ ਹੈ, ਪਰ ਫਿਰ ਵੀ ਚੇਤੇ ਨਹੀਂ ਆ ਰਿਹਾ। ਤੇ ਜੇ ਨਹੀਂ ਆ ਰਿਹਾ ਤੇ ਮਹਾਰਾਜ ਕਹਿੰਦੇ ਕਿੰਨਾ ਦੁੱਖ ਲੱਗੇਗਾ, ਮੈਂ ਉਹਦੀ ਗਿਣਤੀ ਨਹੀਂ ਦੱਸ ਸਕਦਾ। ਇੱਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਠਾਓ। ਕਹਿੰਦੇ ਇੱਥੇ ਹੀ ਕਿੰਨੇ ਦੁੱਖ ਹੋਣੇ ਆ, ਮੈਂ ਦੱਸ ਨਹੀਂ ਸਕਦਾ। ਅੱਗੇ ਥਾਂ ਕੋਈ ਨਹੀਂ ਮਿਲਣੀ ਕਿਹਨਾਂ ਨੂੰ, ਜਿਨ੍ਹਾਂ ਨੂੰ ਐਸਾ ਪਰਮੇਸ਼ਵਰ ਚੇਤੇ ਹੀ ਕੋਈ ਨਹੀਂ ਆਇਆ। ਸੋ ਪ੍ਰਭ ਚਿਤ ਨਾ ਆਵਈ। ਸੋ ਮੈਨੇ ਉਹਦਾ ਅਰਥ ਹੈ ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ। ਜਿਹੜਾ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਜੋ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਵੀ ਸੱਚ ਦੇ ਰੂਪ ਵਿੱਚ ਹੈ। ਸੋ ਪ੍ਰਭ ਚਿਤ ਨਾ ਆਵਈ। ਉਹ ਪਰਮੇਸ਼ਵਰ ਚਿਤ ਨਹੀਂ ਆਉਂਦਾ ਪਿਆ।
ਉਹ ਪਰਮੇਸ਼ਵਰ ਚੇਤੇ ਨਹੀਂ ਆਉਂਦਾ ਪਿਆ ਤਾਂ ਸਾਹਿਬ ਜੀ ਕਹਿੰਦੇ ਫਿਰ ਕੀ ਹੋਏਗਾ? ਕਿਤੜਾ ਦੁੱਖ ਗਣਾ, ਉਹਦੀ ਜ਼ਿੰਦਗੀ 'ਚ ਕਿੰਨਾ ਦੁੱਖ ਹੋਏਗਾ, ਉਹਦਾ ਕੋਈ ਹਿਸਾਬ ਨਹੀਂ ਹੈ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਸੀ, ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ। ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਮੁੱਕ ਜਾਣਗੇ, ਘਣਾ ਆਨੰਦ ਮਿਲੇਗਾ ਜੇ ਤੂੰ ਪ੍ਰਭੂ ਨੂੰ ਚੇਤੇ ਕਰੇਗਾ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ, ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਸਿਮਰਿਆ ਜਪਿਆ, ਉਹਨਾਂ ਦੇ ਭਾਗ ਕਿੰਨੇ ਉੱਤਮ ਨੇ। ਉਹ ਉੱਤਮ ਭਾਗਾਂ ਵਾਲੇ ਨੇ, ਚੰਗੇ ਭਾਗਾਂ ਵਾਲੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਮਨ ਵਿੱਚ ਪਿਆਸ ਬਣ ਗਈ, ਉਹ ਜਗਿਆਸੂ ਹੋ ਗਏ। ਉਹਨਾਂ ਦੇ ਮਨ ਵਿੱਚ ਪਿਆਸ ਬਣ ਗਈ ਤੇ ਮਨ ਉਹਨਾਂ ਦਾ ਲੋਚਦਾ ਰਹਿੰਦਾ ਹੈ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਉਹਨਾਂ ਦੇ ਮਨਾਂ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਹਰ ਵੇਲੇ ਲੱਗੀ ਰਹਿੰਦੀ ਹੈ। ਕਿਹਨਾਂ ਦੇ? ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ। ਉਹ ਵੱਡੇ ਭਾਗਾਂ ਵਾਲਿਆਂ ਦੇ ਮਨ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਬਣੀ ਰਹਿੰਦੀ ਹੈ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਤੇ ਉਹ ਪਿਆਸ ਕੀ ਕਹਿੰਦੀ ਹੈ? ਵੀ ਆਹ ਜਿਹੜਾ ਹੁਣ ਚੇਤ ਸ਼ੁਰੂ ਹੋਇਆ, ਜੇ ਕੋਈ ਮੈਨੂੰ ਪ੍ਰਭੂ ਨਾਲ ਮਿਲਾ ਦੇਵੇ, ਮੈਂ ਉਹਦੇ ਪੈਰੀ ਪੈਣ ਵਾਸਤੇ ਤਿਆਰ ਹਾਂ। ਨਿਮਰਤਾ ਹੈ ਨਾ, ਵੀ ਉਹਦੇ ਪੈਰੀ ਪੈਣ ਵਾ। ਕੋਈ ਜਨ ਹਰਿ ਸਿਉ ਦੇਵੈ, ਜੋਰ ਚਰਨ ਗਹੋਂ ਬਕੋਂ ਸ਼ੁਭ ਰਸ ਨਾ ਦੀਜੈ, ਪ੍ਰਾਨ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵੈਚਾਈ। ਕਹਿਣ ਲੱਗੇ ਉਹਦੇ ਭਾਵਨਾ ਹੁੰਦੀ ਹੈ, ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਤੇ ਪ੍ਰਭੂ ਨੂੰ ਮਿਲਾਉਣਾ ਕਿਨੇ ਹੈ? ਗੁਰੂ ਤੇ ਗੁਰਮੁਖਾਂ ਦੀ ਸੰਗਤ ਨੇ। ਇਸ ਲਈ ਗੁਰੂ ਚਰਨਾਂ ਵਿੱਚ ਆ ਕੇ ਜੁੜੀਏ, ਸਤ ਸੰਗਤ ਕਰੀਏ, ਤੇ ਸਤ ਸੰਗਤ ਕਰਕੇ ਅੰਦਰੋਂ ਹਿਰਦੇ ਚੋਂ ਇੱਕ ਆਵਾਜ਼ ਜਿਹੜੀ ਹੈ ਅਰਦਾਸ ਬਣ ਕੇ ਸਾਡੀ ਨਿਕਲੇ, ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ। ਕਿਰਤ ਕਰਮ ਕੇ ਵਿਛੜੇ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ਼ ਭ੍ਰਮੇ, ਚਾਰ ਕੁੰਟ ਦਹਿ ਦਿਸ਼ ਭ੍ਰਮੇ, ਥਕ ਆਏ ਪ੍ਰਭ ਕੀ ਸਾਮ, ਥਕ ਆਏ ਪ੍ਰਭ ਕੀ ਸਾਮ, ਥਕ ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ। ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ। ਕਰ ਕਿਰਪਾ ਮੇਲੋ ਰਾਮ,
ਕਰ ਕਿਰਪਾ ਮਿਲੋ ਰਾਮ। ਇਹ ਅਰਦਾਸ ਗੁਰੂ ਪਾਤਸ਼ਾਹ ਦੇ ਚਰਨਾਂ 'ਚ, ਤਾਂ ਕਿ ਅਸੀਂ ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ, ਘਣਾ ਦੀ ਅਵਸਥਾ ਬਣਾ ਕੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਨਾਨਕ ਹਰਿ ਪ੍ਰਭ, ਆਪੇ ਮਿਲੇ ਜੀਵਨ ਬਣਾ ਸਕੀਏ। ਆਪ ਸਮੁੱਚੀ ਸੰਗਤ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਨਾਨਕ ਸ਼ਾਹੀ ਸੰਮਤ ਜੋ ਅੱਜ ਆਰੰਭਤਾ ਹੋਈ ਹੈ, 12 ਮਾਹਾਂ ਦੀ ਆਰੰਭਤਾ ਹੋਈ ਹੈ, ਜਿਵੇਂ ਨਵੇਂ ਸਾਲ ਨੂੰ ਵਧਾਈਆਂ ਦਿੰਦੇ ਹਾਂ, ਇਸੇ ਤਰ੍ਹਾਂ ਅੱਜ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ, ਵਧਾਈਆਂ। ਸਾਡਾ ਹਰ ਦਿਨ ਹਰ ਸਮਾਂ ਜਿਹੜਾ ਗੁਰੂ ਚਰਨਾਂ ਨਾਲ ਜੁੜ ਕੇ ਗੁਰਬਾਣੀ ਦਾ ਅਭਿਆਸ ਕਰਦਿਆਂ ਬਤੀਤ ਹੋਵੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।